ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 3 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ, ਪੁਰੇਵਾਲ ਯੂਨੀਵਰਸਿਟੀ। ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵਰਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ ਐਲਗਰੋਵ ਤੋਂ ਗੁਰਮੇਲ ਬਾਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਟ੍ਰੇਸੀ ਤੋਂ ਸਿਕੰਦਰ ਗਰੇਵਾਲ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਜੁੱਬਾ ਸਿਟੀ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਇਆ ਪਿਛਲੇ ਵੀਕਐਂਡ ਦੇ ਦੌਰਾਨ, ਉਹਦੇ ਸੰਬੰਧ ਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਕਿਤੇ ਸਿੱਖ ਕੌਮ ਨਗਰ ਕੀਰਤਨ ਮਨਾਉਂਦੇ ਹੋਏ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ 1984 ਦੇ ਵਿੱਚ, ਉਸ ਨੂੰ ਭੁੱਲ ਨਾ ਜਾਈਏ। ਇਹ ਨਵੰਬਰ ਦਾ ਪਹਿਲਾ ਹਫਤਾ ਆ, ਜਿਸ ਟਾਈਮ ਦੇ ਉੱਤੇ ਅਕਤੂਬਰ 31 ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਗਵਰਨਮੈਂਟ ਦੇ ਫਿਗਰਸ ਬੜੇ ਘੱਟ ਜਿਹੜੇ ਦੱਸੇ ਗਏ ਵੀ 3000 ਸਿੱਖ ਜਿਹੜੇ ਆ ਉਹ ਦਿੱਲੀ 'ਚ ਮਾਰੇ ਗਏ, ਜਦ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਸਿੱਖਾਂ ਦਾ ਸ਼ਰੇਆਮ ਕਤਲੇਆਮ ਕੀਤਾ ਗਿਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਅੱਜ ਦੀ ਡੇਟ ਤੱਕ ਵੀ ਇੰਨੇ ਸਾਲ 41 ਸਾਲ ਵਾਪਰਨ ਤੋਂ ਬਾਅਦ ਵੀ ਜਿਹੜੇ ਲੋਕ ਕਤਲ ਕਰਨ ਦੇ ਵਿੱਚ ਇਨਵੋਲਵ ਸੀ ਉਹ ਸ਼ਰੇਆਮ ਘੁੰਮ ਰਹੇ ਹੈਗੇ ਆ। ਕੋਰਟਾਂ 'ਚ ਕੇਸ ਚੱਲ ਰਹੇ ਆ, ਪਰ 41 ਸਾਲ ਇੱਦਾਂ ਦਾ ਜਿਹੜਾ ਮੁਲਕ ਆ, ਜਿਹਨੂੰ ਕਹਿੰਦੇ ਪਏ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਆ, ਉੱਥੇ ਹਜੇ ਵੀ ਜਿਹੜਾ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ ਹੈਗਾ। ਕਹਿੰਦੇ ਪਈ ਬਹੁਤ ਵਾਰ ਇਹ ਇੱਕ ਦੂਜੇ ਨੂੰ ਪੋਲੀਟੀਸ਼ੀਅਨ ਬਲੇਮ ਕਰਦੇ ਰਹਿੰਦੇ ਆ ਵੀ ਕਾਂਗਰਸ ਨੇ ਕੀਤਾ, ਬੀਜੇਪੀ, ਸਭ ਰਲੇ ਪਏ ਸੀ, ਸਾਰਿਆਂ ਨੂੰ ਪਤਾ ਆ ਮੌਬਸ ਕਿਹਨਾਂ ਨੇ ਆਰਗੇਨਾਈਜ਼ ਕੀਤੇ। ਅਲਟੀਮੇਟਲੀ ਕੀ ਸੀ ਪਈ ਤੁਹਾਡੇ ਕਤਲ ਕਰਨ ਦੇ ਵਿੱਚ ਕਿਹੜੀ ਕੌਮ ਸੀ, ਇਹ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਗਿਆ, ਉਹਨਾਂ ਦੇ ਘਰ ਸਾੜ ਦਿੱਤੇ ਗਏ, ਬਿਜ਼ਨੈਸਸ ਉਹਨਾਂ ਦੇ ਲੁੱਟ ਲਏ ਗਏ, ਹਜ਼ਾਰਾਂ ਹੀ ਬੀਬੀਆਂ ਦੇ ਰੇਪ ਕੀਤੇ ਗਏ, ਮਾਸ ਰੇਪ ਹੋਏ ਹੈਗੇ ਆ। ਇਹ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਇਹਨਾਂ ਸਾਰੇ ਜੋ ਹੈਗੇ ਆ, ਦਿੱਲੀ, ਉੱਥੇ ਸਾਰਾ ਕੁਝ ਵਾਪਰਿਆ। ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਆ ਤੇ ਹਿਊਮਨ ਰਾਈਟਸ ਆ, ਉਹ ਸਾਰੀਆਂ ਇਸ ਕਤਲੇਆਮ ਨੂੰ ਜੈਨੋਸਾਈਡ ਹੀ ਕਹਿੰਦੀਆਂ ਹੈਗੀਆਂ, ਜਦੋਂ ਕਿ ਜੋ ਇੰਡੀਆ ਦੀ ਸਰਕਾਰ ਆ ਉਹ ਰਾਈਟਸ ਕਹਿੰਦੀ, ਜਿਹੜੇ ਟੋਟਲੀ ਜਿਹੜਾ ਆ ਉਹ ਗਲਤ ਹੈਗਾ ਆ। ਸੋ ਜਿੰਨੇ ਵੀ ਆਪਣੇ ਜਿਹੜੇ ਸੁਣ ਰਹੇ ਆ ਰੇਡੀਓ ਦੇ ਉੱਤੇ, ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਆ, ਇਸ ਨੂੰ ਸਿੱਖਾਂ ਦਾ ਕਤਲੇਆਮ ਹੀ ਜਿਹੜਾ ਮੈਂਸ਼ਨ ਕਰਨਾ ਚਾਹੀਦਾ ਹੈਗਾ ਹਮੇਸ਼ਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ, ਲੱਖਾਂ ਦੀ ਗਿਣਤੀ 'ਚ ਸਿੱਖ ਡਿਸਪਲੇਸ ਹੋ ਗਏ, ਜਿਹੜੇ ਸਦੀਆਂ ਤੋਂ ਜਿਹੜੇ ਜੰਮੇ ਸੀ ਉਹਨਾਂ ਸਟੇਟਾਂ ਦੇ ਵਿੱਚ, ਉਹਨਾਂ ਨੂੰ ਮੂਵ ਹੋਣਾ ਪਿਆ ਆਪਣੀ ਲਾਈਫ ਨੂੰ ਸਰਵਾਈਵ ਕਰਨ ਦੇ ਲਈ। ਆਪਾਂ ਉਹਨਾਂ ਦਾ ਜਿਹੜਾ ਕਤਲੇਆਮ ਹੋਇਆ ਹੈਗਾ, ਉਸ ਕਤਲੇਆਮ ਨੂੰ ਵੀ ਯਾਦ ਕਰਨਾ ਹੈਗਾ ਆ। 41 ਸਾਲ ਅੱਜ ਵਾਪਰ ਗਏ ਹੈਗੇ ਜੀ। 41 ਸਾਲ ਗੁਜ਼ਰ ਗਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੋ ਦੇਖ ਰਹੇ ਹਾਂ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਆ, ਸੋ ਇਹੀ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਜਿਹੜੀ ਉਹ ਕਰਦੇ ਹਾਂ ਵੀ ਇੱਦਾਂ ਦਾ ਕਦੀ ਮੁੜ ਦੁਬਾਰਾ ਨੌਬਤ ਜਿਹੜੀ ਉਹ ਨਾ ਹੀ ਜਿਹੜੀ ਉਹ ਆਵੇ, ਤੇ ਸਿੱਖਾਂ ਨੂੰ ਵੀ ਜਿਹੜੇ ਸੁਹਿਰਦ ਹੋ ਕੇ ਜਿਹੜਾ ਉਹ ਚੱਲਣਾ ਚਾਹੀਦਾ ਆ। ਕਿਉਂਕਿ ਜਿਹੜੇ ਜਰਵਾਣੇ ਆ ਉਹ ਅਕਸਰ ਹੀ ਤੁਹਾਡੇ ਤੇ ਜਿਹੜੇ ਧਾੜਵੀ ਆ ਉਹ ਹਮਲਾ ਕਰਨ ਦੀ ਫਿਰਾਕ ਦੇ ਵਿੱਚ ਰਹਿੰਦੇ ਆ। ਆਪਾਂ ਨੂੰ ਹਮੇਸ਼ਾ ਹੀ ਇਸ ਚੀਜ਼ ਦੇ ਲਈ ਰੈਡੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ ਵੀ ਕੀ ਕੁਛ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਤੇ ਕੀ ਹੋ ਸਕਦਾ, ਤੇ ਉਸ ਦਾ ਤੋੜ ਜਿਹੜਾ ਤੁਹਾਡੇ ਕੋਲ
ਕਿ ਜਿਹੜਾ ਉਹ ਹੋਵੇ। ਸੋ ਜੈਨੋਸਾਈਡ ਦੇ ਜਿਹੜੇ ਮਤੇ ਆ ਹਰਜੋਤ ਸਿੰਘ ਜੀ, ਉਹ ਵੀ ਅਮਰੀਕਾ ਦੇ ਨਾਲ ਹੋਰ ਕਈ ਮੁਲਕਾਂ ਦੇ ਜਿਹੜੀਆਂ ਅਸੈਂਬਲੀਜ਼ ਦੇ ਵਿੱਚ, ਸ਼ਹਿਰਾਂ ਦੀਆਂ ਅਸੈਂਬਲੀ 'ਚ, ਸਟੇਟ ਦੀਆਂ ਅਸੈਂਬਲੀਜ਼ ਦੇ ਵਿੱਚ ਜਿਹੜੇ ਉਹ ਲਿਆਂਦੇ ਗਏ ਆ, ਜਿੱਥੇ ਅਧਿਕਾਰਤ ਤੌਰ ਦੇ ਉੱਤੇ ਇਸ ਕਤਲੇਆਮ ਨੂੰ, ਇਸ ਜੈਨੋਸਾਈਡ ਨੂੰ, ਇਸ ਘੱਲੂਘਾਰੇ ਨੂੰ ਰੈਕੋਗਨਾਈਜ਼ ਜਿਹੜਾ ਉਹ ਕੀਤਾ ਗਿਆ। ਬਾਹਰਲੀਆਂ ਸਰਕਾਰਾਂ ਨੇ ਇਹਨਾਂ ਨੂੰ ਜਿਹੜਾ ਉਹ ਮੰਨਿਆ ਵੀ ਕੀ ਕੁਛ ਜਿਹੜਾ ਇੱਥੇ ਵਾਪਰਿਆ ਹੈਗਾ ਆ। ਸੋ ਆਓ ਇਹੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹੀਏ। ਆਈ ਥਿੰਕ ਹਰਜੋਤ ਸਿੰਘ ਜੀ 1984 ਦੇ ਕਤਲੇਆਮ ਦਾ ਇੱਕ ਹੋਰ ਜਿਹੜਾ ਬਿੱਲ ਆ ਕਾਂਗਰਸ ਦੇ ਵਿੱਚ, ਇੱਕ ਰੈਜ਼ੋਲੂਸ਼ਨ ਆ, ਉਹ ਡੇਵਿਡ ਵੈਲਡਾਓ ਜੀ ਉਹ ਲੈ ਕੇ ਜਿਹੜਾ ਉਹ ਆ ਰਹੇ ਆ। ਸੋ ਸਾਰਿਆਂ ਨੂੰ ਵੱਧ ਤੋਂ ਵੱਧ ਆਲਰੇਡੀ ਉਹ ਰਾਜਕਰਮਵੀਰ ਸਿੰਘ ਜੀ ਪੇਸ਼ ਕਰ ਦਿੱਤਾ ਗਿਆ ਹੈਗਾ ਅਮਰੀਕਨ ਸਿੱਖ ਕਾਕਸ ਵੱਲੋਂ, ਤੇ ਅਮਰੀਕਨ ਕਾਂਗਰਸਮੈਨ ਡੇਵਿਡ ਵੈਲਡਾਓ ਜਿਹੜੇ ਫ੍ਰਿਜ਼ਨੋ ਏਰੀਏ ਦੇ ਆ, ਉਹਨਾਂ ਨੇ ਜੋ ਸਿੱਖ ਕਤਲੇਆਮ ਹੋਇਆ ਹੈਗਾ, ਉਹਦਾ ਮਤਾ ਜਿਹੜਾ ਆ ਰੈਜ਼ੋਲੂਸ਼ਨ 841, ਇਹ ਅਮਰੀਕਾ ਦੀ ਕਾਂਗਰਸ ਵਿੱਚ ਪੇਸ਼ ਕੀਤਾ, ਕਿਉਂਕਿ ਅੱਜ ਕੱਲ ਜਿਹੜੀ ਗਵਰਨਮੈਂਟ ਸ਼ਟਡਾਊਨ ਆ, ਸੋ ਇਹਦੇ ਤੇ ਬਹਿਸ ਨਹੀਂ ਹੋਈ। ਪਰ ਸਿੱਖ ਭਾਈਚਾਰਾ, ਅਮਰੀਕਨ ਸਿੱਖ ਕਾਂਗਰਸ ਕਾਕਸ ਦੇ ਕੋ-ਚੇਅਰ ਤੇ ਉਹਨਾਂ ਜਿਹੜੇ ਡੇਵਿਡ ਵੈਲਡਾਓ ਆ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਸਿੱਖ ਕਤਲੇਆਮ, ਸਿੱਖ ਨਸਲਕੁਸ਼ੀ ਦੇ ਤੇ ਸ਼ੁਦਗੀਆਂ ਜਿਹੜੀਆਂ ਆ, ਜਿਹੜੇ ਲੋਕ ਗੁਆਚ ਗਏ, ਪਤਾ ਨਹੀਂ ਚੱਲਾ ਕਿੱਧਰ ਚਲ ਗਏ, 41 ਸਾਲ ਦਾ ਸਮਾਂ ਹੋ ਗਿਆ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਆ ਇਹ ਮਤਾ ਯੂਐਸ ਦੀ ਕਾਂਗਰਸ ਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ, ਹਾਊਸ ਰੈਜ਼ੋਲੂਸ਼ਨ ਨੰਬਰ 841 ਪੇਸ਼ ਕੀਤਾ ਹੈਗਾ ਆ। ਇਸ ਪ੍ਰਸਤਾਵ ਵਿੱਚ ਜਿਹੜੇ ਪਿਛਲੇ ਅਤਿਆਚਾਰ ਹੋਏ ਆ, ਉਹਨਾਂ ਦੀ ਪਛਾਣ ਹੀ ਨਹੀਂ, ਸਗੋਂ ਚੰਗਿਆਈਆਂ, ਇਨਸਾਫ ਤੇ ਉਹ ਯਾਦ ਵੱਲ ਵੀ ਇੱਕ ਕਦਮ ਆ, ਜਿਨ੍ਹਾਂ ਨੇ ਆਪਣੀ ਜਾਨ ਗਵਾਈ ਤੇ ਇਸ ਹਨੇਰੇ ਸਮੇਂ ਦੇ ਦੌਰਾਨ ਉਹਨਾਂ ਨੂੰ ਜਿਹੜਾ ਆ ਦੁੱਖ ਸਹਿਣਾ ਪਿਆ। ਇਹ ਸਾਰੇ ਬਿਆਨ ਦੇ ਵਿੱਚ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਇਨਸਾਫ, ਜਕਾਰਾ ਮੂਵਮੈਂਟ, ਸੈਲਡੈਫ, ਸਿੱਖ ਕੋਲੀਸ਼ਨ, ਸਿੱਖ ਕੋਆਰਡੀਨੇਸ਼ਨ ਈਸਟ ਕਮੇਟੀ ਤੇ ਯੂਨਾਈਟਿਡ ਸਿੱਖਸ, ਇਹ ਸਾਰੇ ਹੀ ਜਿਹੜੇ ਸੱਜਣ ਹੈਗੇ ਆ, ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਇਸ ਬਿੱਲ ਨੂੰ ਲਿਆਉਣ ਦੇ ਵਿੱਚ ਜਿਹੜੀ ਆ ਹੈਲਪ ਕੀਤੀ ਹੈਗੀ। ਜੀ ਬਿਲਕੁਲ। ਸੋ ਇਹ ਇੱਕ ਚੰਗਾ ਜਿਹੜਾ ਉਹ ਉਪਰਾਲਾ ਆ, ਤੇ ਇਸ ਦੇ ਵਿੱਚ ਆਪਾਂ ਇਹੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰੋ ਵੀ ਇਹ ਜਿਹੜਾ ਇਹਨਾਂ ਨੇ ਪੇਸ਼ ਕੀਤਾ ਆ, ਵੀ ਇਹ ਪਾਸ ਵੀ ਹੋਵੇ ਕਿਤੇ, ਇਸ ਨੂੰ ਜਿਹੜਾ ਆਪਾਂ ਜ਼ੋਰ ਲਾਈਏ। ਸੋ ਪੋਲੀਟੀਕਲੀ ਇਹ ਇੱਦਾਂ ਦੀਆਂ ਚੀਜ਼ਾਂ ਦੀ ਬੜੀ ਮਹੱਤਤਾ ਜਿਹੜੀ ਆ ਹਰਜੋਤ ਸਿੰਘ ਜੀ ਰਹਿੰਦੀ ਆ। ਜਿੱਥੇ 450 ਦੇ ਤਕਰੀਬਨ 435 ਜਿਹੜੇ ਆ ਕਾਂਗਰਸਮੈਨ, ਕਾਂਗਰਸ ਵੂਮਨ ਉੱਥੇ ਬੈਠਦੇ ਆ, ਅਮਰੀਕਾ ਦੇ ਹਰ ਸੂਬੇ ਤੋਂ ਉੱਥੇ ਚੁਣੇ ਹੋਏ ਨੁਮਾਇੰਦੇ ਆਉਂਦੇ ਆ, ਉਹਨਾਂ ਦੇ ਮੋਹਰੇ ਜਦ ਇਹ ਮਤਾ ਜਿਹੜਾ ਉਹ ਪੇਸ਼ ਹੋਊਗਾ, ਕੋਈ ਯੈਸ 'ਚ ਹਾਂ ਇਹਦੇ ਹੱਕ 'ਚ ਪਾਊਗਾ, ਕੋਈ ਨੋ 'ਚ ਜਿਹੜਾ ਉਹ ਪਾਊਗਾ, ਉਹ ਅਗਲਾ ਸਟੈਪ ਆ। ਪਰ ਇਹ ਵੀ ਉਹਨਾਂ ਦੇ ਜਦੋਂ ਸਟਾਫ ਨੇ, ਉਹਨਾਂ ਨੇ ਆਪ ਜਦੋਂ ਇਸ ਦੇ ਬਾਰੇ ਪੜ੍ਹਨਾ ਆ, ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਉਦੋਂ ਵਾਪਰਿਆ ਜਿਹੜਾ ਉਹ ਕੀ ਆ। ਇਸ ਦੇ ਨਾਲ ਜਿਹੜਾ ਭਾਰਤ ਦਾ ਜਿਹੜਾ ਚਿਹਰਾ ਆ, ਉਹ ਨੰਗਾ ਵੀ ਨਾਲ ਦੇ ਨਾਲ ਹੀ ਜਿਹੜਾ ਉਹ ਹੁੰਦਾ ਆ। ਇਹ ਵੀ ਧਿਆਨ ਜਿਹੜਾ ਉਹ ਰੱਖਣਾ ਪੈਣਾ ਆ, ਤੇ ਕੋਸ਼ਿਸ਼ ਜਿਹੜੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਕਰਨੀ ਪੈਣੀ, ਜਿੱਥੇ ਵੀ ਅਮਰੀਕਾ 'ਚ ਤੁਸੀਂ ਵੱਸਦੇ ਹੋ, ਵੀ ਆਪੋ ਆਪਣੇ ਕਾਂਗਰਸਮੈਨ, ਕਾਂਗਰਸ ਵੂਮਨ ਨੂੰ ਇਸ ਮਤੇ ਦੇ ਹੱਕ ਦੇ ਵਿੱਚ, ਸਪੋਰਟ ਦੇ ਵਿੱਚ ਆਉਣ ਦੇ ਲਈ ਆਖੋ। ਹਾਊਸ ਰੈਜ਼ੋਲੂਸ਼ਨ 841, 841 ਇਹ ਰੈਜ਼ੋਲੂਸ਼ਨ ਹੈਗਾ ਆ, ਤੇ ਜਿਹੜੇ ਡੇਵਿਡ ਵੈਲਡਾਓ ਆ, ਉਹਨਾਂ ਨੇ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਹੈਗਾ ਆ। ਸੋ ਰੈਕੋਗਨਾਈਜ਼ ਹੋਊਗਾ, ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਪੈਂਦਾ ਆ। ਭਾਰਤ ਜੋ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਜੋ ਅਤਿਆਚਾਰ ਕਰਦਾ ਆ ਰਿਹਾ ਆ, ਉਹਨਾਂ ਦਾ ਜਿਹੜਾ ਚਿਹਰਾ ਆ ਹੋਰ ਜ਼ਿਆਦਾ ਨੰਗਾ ਹੁੰਦਾ ਆ। ਤੇ ਅਮਰੀਕਾ ਨੂੰ ਅਜਿਹੀ ਜਿਹੜੀ ਰੋਗ ਸਟੇਟ ਆ, ਅਜਿਹੀ ਜਿਹੜੀ ਸਰਕਾਰ ਆ, ਉਹਦੇ ਨਾਲ ਨਜਿੱਠਣ ਦਾ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਕਿੱਦਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਹੈਗੀ ਆ। ਸੋ ਸਾਰਿਆਂ ਨੂੰ ਜਿੱਥੇ ਵੀ ਅਮਰੀਕਾ 'ਚ ਤੁਸੀਂ ਬੈਠੇ ਆ, ਵਸਦੇ ਆ, ਆਪੋ ਆਪਣੇ ਕਾਂਗਰਸਮੈਨ, ਕਾਂਗਰਸ ਵੂਮਨ, ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ, ਤੁਸੀਂ ਕਾਲ ਵੀ ਕਰ ਸਕਦੇ ਹੋ, ਤੇ ਹਾਊਸ ਰੈਜ਼ੋਲੂਸ਼ਨ 841 ਦੇ ਹੱਕ ਦੇ ਵਿੱਚ, 841 ਜਿਹੜਾ ਰੈਜ਼ੋਲੂਸ਼ਨ ਆ, ਉਸ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਹਮਾਇਤ ਕਰਨ ਦੀ, ਜਿਹੜੀ ਆ ਸਪੋਰਟ ਕਰਨ ਦੀ ਜਿਹੜੀ ਉਹਨਾਂ ਨੂੰ ਗੱਲ ਆਖੋ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਰਜੋਤ ਸਿੰਘ ਜੀ। HAF ਦੇ ਨਾਲ ਜੁੜੀਆਂ ਹੋਈਆਂ ਕਈ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ, ਜਿਹੜੀ ਉਹਨਾਂ ਦੀ ਨਜ਼ਦੀਕਤਾ ਆ ਭਾਰਤ ਦੇ ਨਾਲ, ਉਹ ਅਜਿਹੇ ਮਤਿਆਂ ਨੂੰ ਫੇਲ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਨਗੇ।
ਪਰ ਉਹਨਾਂ ਦੇ ਵਿਰੋਧ ਦੇ ਉਲਟ ਆਪਣਾ ਜਿਹੜੀ ਸਪੋਰਟ ਵਾਲੀ ਜਿਹੜੀ ਕੋਸ਼ਿਸ਼ ਆ ਉਹ ਤਗੜੀ ਹੋਣੀ ਚਾਹੀਦੀ ਆ, ਉਹ ਵਧੀਆ ਹੋਣੀ ਚਾਹੀਦੀ ਆ। ਆਪਾਂ ਪਹਿਲਾਂ ਵੀ ਅਜਿਹੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਆ। ਅਨਫੋਰਚੂਨੇਟਲੀ ਕਈਆਂ ਦੇ ਵਿੱਚ ਆਪਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪੈ ਗਿਆ, ਪਰ ਇਹ ਆ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਚੱਲ ਰਹੀ ਆ ਆਪਾਂ ਉਹਦੇ ਤੇ ਫੋਕਸ ਕਰਦੇ ਹੋਏ, ਉਹਦੇ ਤੇ ਜ਼ੋਰ ਲਾਉਂਦੇ ਹੋਏ ਇਸ ਨੂੰ ਪਾਸ ਕਰਾਉਣ ਵੱਲ ਨੂੰ ਜਿਹੜੇ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰੀਏ, ਸਪੋਰਟ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਜ਼ੋਰ ਜਿਹੜਾ ਉਹ ਲਗਾਈਏ। ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਖਬਰ ਨਹੀਂ, ਆਪਾਂ ਪਿਛਲੇ ਵੀਕਐਂਡ ਦੇ ਦੌਰਾਨ ਲਗਭਗ 4 ਦਿਨ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਯੂਬਾ ਸਿਟੀ ਰਹੀ। ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਸੀ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਕਿ 2 ਲੱਖ ਦੇ ਕਰੀਬ ਲੋਕ ਜਿਹੜੇ ਆ CBS ਨਿਊਜ਼ ਜਿਹੜਾ ਰਿਪੋਰਟ ਕਰ ਰਿਹਾ। ਮੁੜ ਕੇ ਵੀ ਕਈ ਵਾਰ ਸਾਨੂੰ ਕਹਿ ਦਿੰਦੇ ਤੁਸੀਂ ਆਪ ਖਬਰ ਲਾਈ ਆ। ਸੋ CBS ਨਿਊਜ਼ ਰਿਪੋਰਟ ਕਰ ਰਿਹਾ ਵੀ 200,000 ਲੋਕ ਇਕੱਠੇ ਹੋਏ 2025 ਦਾ ਜਿਹੜਾ ਨਗਰ ਕੀਰਤਨ ਸੀ। 3 ਦਿਨ ਲਗਾਤਾਰ ਜਿਹੜੀ ਈਵੈਂਟ ਜਿਹੜੀ ਇਹ ਸਿੱਖ ਫੈਸਟੀਵਲ ਚੱਲਦਾ ਰਿਹਾ। ਹਾਲਾਂਕਿ ਪਤਾ ਆਪਾਂ ਨੂੰ 2 ਵੀਕਾਂ ਤੋਂ ਜਿਹੜੇ ਪ੍ਰਬੰਧ ਆ ਉਹ ਚੱਲ ਰਹੇ ਸੀ। ਨਗਰ ਆਪਾਂ ਤੁਸੀਂ ਜਿਹੜੇ ਕੀਰਤਨ ਸ਼ਾਮਾਂ ਦੇ ਦੀਵਾਨ, ਸਵੇਰ ਦੇ ਦੀਵਾਨ, ਕਥਾ ਤੇ ਢਾਡੀ ਵਾਰਾਂ ਸਾਰਾ ਕੁਝ ਸੁਣਦੇ ਰਹੇ ਆ। ਨਗਰ ਕੀਰਤਨ ਲੱਕਲੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਕੁਝ ਬੜੀ ਸ਼ਾਂਤੀ ਦੇ ਨਾਲ ਸੰਪੂਰਨ ਹੋਇਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਜਿਹੜੀਆਂ ਪੰਜਾਬੀ ਰੇਡੀਓ ਯੂਐਸਏ ਦੇ ਬੂਥ ਦੇ ਉੱਤੇ ਸਿੱਖ ਸੰਗਤਾਂ ਆ ਉਹ ਆ ਕੇ ਮਿਲੀਆਂ। ਉਹਨਾਂ ਨੇ ਹੌਸਲਾ ਅਫਜ਼ਾਈ ਵੀ ਕੀਤੀ, ਡੋਨੇਸ਼ਨ ਵੀ ਕੀਤੀ। ਬਹੁਤ ਸਾਰਿਆਂ ਨੇ ਬੁੱਕਸ ਵੀ ਭਾਈ ਅਵਤਾਰ ਸਿੰਘ ਉਹਨਾਂ ਦੀਆਂ ਖਰੀਦੀਆਂ, ਰੇਡੀਓ ਸੈਟਸ ਵੀ ਖਰੀਦੇ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਵੀ ਇਸੇ ਤਰ੍ਹਾਂ ਡਟੇ ਰਹੋ। ਭਈ ਜਿਹੜੇ ਕਮੈਂਟ ਪਾਉਂਦੇ ਰਹਿੰਦੇ ਆ, ਜਿਹੜੇ ਤੁਹਾਡੇ ਉਲਟ ਬਕਵਾਸ ਕਰਦੇ ਰਹਿੰਦੇ, ਉਹਨਾਂ ਨੂੰ ਇਗਨੋਰ ਕਰੋ। ਬਿਲਕੁਲ ਤੁਸੀਂ ਜਿਹੜਾ ਆ ਸਹੀ ਕੰਮ ਕਰ ਰਹੇ ਹੋ। ਸੋ ਬਿਲਕੁਲ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ, ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੀ ਬਿਲਕੁਲ, ਤੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆ ਨਗਰ ਕੀਰਤਨ ਆ ਉਹ ਸੰਪੂਰਨ ਜਿਹੜਾ ਹੋਇਆ। ਤੇ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਸਾਰੇ ਪਾਸੇ ਜਿਹੜੀ ਹੋ ਰਹੀ, ਬਹੁਤ ਸਾਰੇ ਜਿਹੜਾ ਇੰਗਲਿਸ਼ ਮੀਡੀਆ ਜਿੱਦਾਂ CBS ਨੇ ਵੀ ਕਵਰ ਕੀਤਾ, KCRA ਨੇ ਕਵਰ ਕੀਤਾ, ABC ਨੇ ਕਵਰ ਕੀਤਾ। 2 ਜਿਹੜੇ ਜਿਹੜੇ ਸੀਗੇ ਮੀਡੀਆ, ਜਿਹੜਾ ਅਮਰੀਕਨ ਮੀਡੀਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਉਹ ਵੀ ਜਿਹੜੀਆਂ ਆਪਾਂ ਸਾਰੀਆਂ ਸੰਗਤਾਂ ਨੂੰ ਉੱਥੇ ਜਿਹੜਾ ਦੱਸਿਆ ਵੀ ਸਾਰੇ ਲੋਕ ਆ ਉਹਨਾਂ ਦੇ ਮਾਧਿਅਮ ਦੇ ਜ਼ਰੀਏ ਵੀ ਤੁਸੀਂ ਆਓ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਜਿਹੜਾ ਉਹ ਕੀਤਾ ਗਿਆ। ਬਹੁਤ ਹੋਰ ਜ਼ਿਆਦਾ ਕਮਿਊਨਿਟੀਜ਼ ਦੇ ਜਿਹੜੇ ਲੋਕ ਆ ਉਹ ਉੱਥੇ ਮੌਜੂਦ ਜਿਹੜੇ ਉਹ ਸੀਗੇ। ਕਈਆਂ ਨੇ ਦਸਤਾਰਾਂ ਜਿਹੜੀਆਂ ਆ ਉਹ ਵੀ ਸਜਵਾਈਆਂ। ਹਰ ਤਰ੍ਹਾਂ ਦੇ ਜਿਹੜੇ ਲੰਗਰ ਆ, ਗਿਆਨ ਦੇ ਲੰਗਰ ਤੋਂ ਲੈ ਕੇ ਰੈਗੂਲਰ ਜਿੱਦਾਂ ਆਪਾਂ ਲੰਗਰ ਆਪਾਂ ਦੇਖਦੇ ਹੀ ਆ, ਉਹ ਜਿਹੜੇ ਉਹ ਆਏ ਦੂਰੋਂ ਨੇੜਿਓਂ, ਰੀਨੋ ਤੋਂ ਹੋਵੇ, ਬੇਕਰਫੀਲਡ ਤੋਂ ਹੋਵੇ, ਮੋਡੈਸਟੋ ਤੋਂ ਹੋਵੇ, ਫਰੀਮੌਂਟ ਤੋਂ ਹੋਵੇ, ਆਲੇ ਦੁਆਲੇ ਦੇ ਹੋਰ ਗੁਰੂ ਘਰਾਂ ਤੋਂ। ਹੋ ਸਕਦਾ ਮੈਂ ਕਈਆਂ ਦੇ ਨਾਂ ਜਿਹੜੇ ਉਹ ਰਹਿ ਗਏ, ਰੋਜ਼ਵਿਲ, ਬਰੈਡ ਸ਼ਾਹ, ਲੋਕਲ ਵੋਗ ਰੋਡ, ਹੋਰ ਬਹੁਤ ਸਾਰੇ ਜਿਹੜੇ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹਨਾਂ ਨੇ ਇੰਨੀ ਜਿਹੜੀ ਸੰਗਤ ਆ 2 ਲੱਖ ਤੋਂ ਵੱਧ ਜਿਹੜੀ ਸੰਗਤ ਆ ਜਿਨ੍ਹਾਂ ਨੇ ਪਾਰਟਿਸਿਪੇਟ ਇਸ ਨਗਰ ਕੀਰਤਨ ਦੇ ਵਿੱਚ ਕੀਤਾ, ਉਹਨਾਂ ਸਾਰਿਆਂ ਦੇ ਲਈ ਜਿਹੜੇ ਆ ਉਹ ਰਾਸ਼ਨ, ਲੰਗਰਾਂ ਦੀ ਜਿਹੜੀ ਉਹ ਸੇਵਾਵਾਂ ਜਿਹੜੀਆਂ ਉਹ ਕੀਤੀਆਂ। ਅੰਦਰਾਂ ਤੋਂ ਲੈ ਕੇ ਬਾਹਰ ਤੱਕ ਤੁਸੀਂ ਜਿੱਥੇ ਤੱਕ ਵੀ ਜਿਹੜਾ ਉਹ ਦੇਖਦੇ ਸੀਗੇ ਵੀ ਉੱਥੇ ਕਾਫੀ ਜਿਹੜੇ ਲੰਗਰ ਆ ਉਹ ਮੌਜੂਦ ਸੀਗੇ। ਅੰਦਰ ਗੁਰੂ ਘਰ ਦਾ ਲੰਗਰ ਵੀ ਜਿਹੜਾ ਉਹ ਚੱਲਦਾ ਜਿਹੜਾ ਹੋ ਰਿਹਾ। ਸੋ ਬਹੁਤ ਜਿਹੜਾ ਆ ਵਧੀਆ ਢੰਗ ਦੇ ਨਾਲ ਹੋ ਨਿਬੜਿਆ। ਮੈਂ ਦੇਖ ਰਿਹਾ ਸੀਗਾ ਵੀ ਕਈ ਇੱਕ ਜਿਹੜੀ ਬੀਬੀ ਉੱਥੇ ਲਾਈਵ ਵੋਕ ਤੇ ਜਿਹੜੀ ਰਹਿੰਦੀ ਸੀ, ਜਿਹੜੀ ਕਿ ਮੈਕਸੀਕਨ ਮੂਲ ਦੀ ਸੀਗੀ ਜੀ, ਉਹ ਵਿਸ਼ੇਸ਼ ਤੌਰ ਦੇ ਉੱਤੇ ਸੇਵਾ ਕਰਨ ਦੇ ਲਈ ਸਫਾਈ ਦੀ ਜਿਹੜੀ ਉਹ ਕਰ ਰਹੀ ਸੀ। ਆਪਾਂ ਦੇਖਿਆ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਵਲੰਟੀਅਰ ਆ ਸਫਾਈ ਦਾ ਬਹੁਤ ਧਿਆਨ ਜਿਹੜਾ ਆ ਉਹ ਰੱਖ ਰਹੇ ਸੀਗੇ। ਸੋ ਬੜੇ ਵਧੀਆ ਢੰਗ ਦੇ ਨਾਲ ਪੂਰੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਆ ਇਹ ਨਗਰ ਕੀਰਤਨ ਸਫਲਤਾ ਦੇ ਨਾਲ ਪੂਰਨ ਜਿਹੜਾ ਆ ਸੰਪੂਰਨ ਹੋਇਆ ਆ। ਸੋ 46ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜੋ ਸਜਾਇਆ ਜਾਂਦਾ ਆ ਯੂਬਾ ਸਿਟੀ ਤੋਂ 1980s 79-80 ਦੇ ਵਿੱਚ ਜਿਹੜੀ ਇਸ ਦੀ ਸ਼ੁਰੂਆਤ ਜਿਹੜੀ ਉਹ ਹੁੰਦੀ ਆ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ 2025 ਤੱਕ ਬੜੇ ਹੀ ਵਧੀਆ ਢੰਗ ਦੇ ਨਾਲ ਹੋ ਰਿਹਾ ਆ। ਹਰ ਵਾਰੀ ਸੰਗਤ ਜਿਹੜੀ ਆ ਉਹ ਵੱਧ ਜਿਹੜੀ ਹੋ ਰਹੀ ਆ। ਇਹ ਇੱਕ ਬੜੀ ਖੁਸ਼ੀ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਸੀਗੀ। ਵਿੱਚ ਜੇ ਹਰਜੋਤ ਸਿੰਘ ਜੀ ਲੱਗ ਰਿਹਾ ਸੀਗਾ ਵੀ ਸ਼ਾਇਦ ਜਿਹੜੀ ਫਰਾਈਡੇ ਜਾਂ ਸੈਟਰਡੇ ਦੀ ਸਵੇਰ ਨੂੰ ਥੋੜਾ ਜਿਹਾ ਲੱਗ ਰਿਹਾ ਸੀਗਾ
ਵੀ ਸੰਗਤ ਘੱਟ ਆ, ਪਰ ਬਾਅਦ ਦੇ ਵਿੱਚ ਸੰਗਤ ਜਿਹੜੀ ਆ ਉਹ ਸੈਟਰਡੇ ਤੋਂ ਲੈ ਕੇ ਨਗਰ ਕੀਰਤਨ ਵਾਲੇ ਦਿਨ ਤੱਕ ਬਹੁਤ ਜ਼ਿਆਦਾ ਜਿਹੜੀ ਸੰਗਤ ਆ ਉੱਥੇ ਪਹੁੰਚੀ। ਲੰਗਰਾਂ ਵਾਲੇ ਜਿਹੜੇ ਵੀਰ ਆ ਉਹਨਾਂ ਸਾਰਿਆਂ ਨਾਲ ਗੱਲ ਕਰਦੇ ਸੀ, ਕਹਿੰਦੇ ਵੀ ਸਾਨੂੰ ਸੀਗਾ ਵੀ ਅਸੀਂ ਜਿੰਨਾ ਰਾਸ਼ਨ ਜਿਹੜਾ ਉਹ ਲੈ ਕੇ ਆਏ ਆ, ਰਸਦ ਜਿਹੜੀਆਂ ਲਿਆਂਦੀਆਂ ਆ, ਵੀ ਕਿਤੇ ਇਹ ਨਾ ਹੋਵੇ ਵੀ ਸੰਗਤ ਘੱਟ ਆਵੇ, ਕਿਉਂਕਿ ਵਿੱਚ ਹੀ ਆਈ ਸੂਚ ਦਾ ਰੌਲਾ, ਹੋਰ ਬੜਾ ਕੁਛ ਜਿਹੜਾ ਉਹ ਨਾਲ ਜਿਹੜਾ ਉਹ ਚੱਲ ਰਿਹਾ ਸੀਗਾ। ਪਰ ਕਹਿੰਦੇ ਵੀ ਨਹੀਂ, ਇਨਫੈਕਟ ਲੰਗਰ ਜਿਹੜੇ ਉਹ ਮਸਤਾਨੇ ਵੀ ਜਿਹੜੇ ਉਹ ਹੁੰਦੇ ਜਿਹੜੇ ਹੋ ਗਏ। ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦਿਨ ਵੀ ਬਹੁਤ ਪੱਧਰਾ ਸੀਗਾ, ਸੋਹਣਾ ਸੀਗਾ, ਨਾ ਠੰਡ ਸੀਗੀ ਤੇ ਨਾ ਹੀ ਜਿਹੜੀ ਉਹ ਜ਼ਿਆਦਾ ਗਰਮੀ ਸੀਗੀ। ਸੋ ਬਹੁਤ ਵਧੀਆ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਆਪ ਜਿਹੜਾ ਆ ਉਹ ਓਟ ਆਸਰਾ ਦਿੰਦੇ ਹੋਏ ਇਸ ਨਗਰ ਕੀਰਤਨ ਨੂੰ ਜਿਹੜਾ ਉਹ ਸੰਪੂਰਨ ਕਰਾਇਆ ਆ। ਸੋ ਸਾਰਿਆਂ ਦਾ ਹੀ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਵਲੰਟੀਅਰਸ ਦਾ, ਹਰ ਇੱਕ ਦਾ ਹੀ ਬਹੁਤ ਬਹੁਤ ਧੰਨਵਾਦ ਇਸ ਨਗਰ ਕੀਰਤਨ ਨੂੰ ਸਫਲ ਕਰਨ ਦੇ ਲਈ। ਸੋ ਬਹੁਤ ਸਾਰੇ ਜਿਹੜੇ ਅਮਰੀਕਨ ਚੈਨਲ ਆਏ ਸੀ ਉਹਨਾਂ ਦੇ ਵੱਖ-ਵੱਖ ਲੋਕਾਂ ਨੇ ਬਿਆਨ ਦਿੱਤੇ, ਤੁਸੀਂ ਵੀ ਦਿੱਤੇ, ਮੈਂ ਸ਼ੇਅਰ ਕੀਤੀ ਵੀਡੀਓ, ਮੈਂ ਵੀ ਜੇ ਦਿਖਾ ਸਕਦੇ ਹਾਂ। ਮਿੰਟ ਕੁ ਦੀ ਹੈਗੀ ਆ, 1 ਮਿੰਟ ਤੇ 30 ਸੈਕਿੰਡ ਤੋਂ ਜਿਹੜੇ ਤੁਸੀਂ ਬੋਲਦੇ ਆ, ਇਹ KCRA 3 ਚੈਨਲ ਦੇ ਉੱਤੇ ਸੀ। ਸੋ ਬਹੁਤ ਸਾਰੇ ਜਿਹੜੇ ਸਿੱਖ ਵਿਰੋਧੀ ਲੋਕ ਆ ਉਹਨਾਂ ਨੇ ਆਈਸ ਦਾ ਵੀ ਰੌਲਾ ਪਾਇਆ ਵੀ ਦੇਖੋ ਜੀ ਆਈਸ ਆ ਸਕਦੀ ਆ, ਪਰ ਕੋਈ ਇੱਦਾਂ ਦੀ ਗੱਲ ਨਹੀਂ। ਆਪਾਂ ਬਾਰ-ਬਾਰ 2 ਹਫ਼ਤਿਆਂ ਤੋਂ ਦੱਸ ਰਹੇ ਸੀ, ਏਡੀ ਵੱਡੀ ਇਵੈਂਟ ਤੇ ਨਹੀਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆਉਣਾ ਚਾਹੁੰਦੇ ਹੈਗੇ, ਨਾ ਹੀ ਉਹ ਕਿਸੇ ਤਰ੍ਹਾਂ ਦਾ ਬੈਡ ਪਬਲਿਸਿਟੀ ਲੈਣਾ ਚਾਹੁੰਦੇ ਆ। ਸੋ ਲੋਕਾਂ ਨੇ ਉਸ ਚੀਜ਼ ਨੂੰ ਵੀ ਨਕਾਰਿਆ, ਤੇ ਮੌਸਮ ਬੜਾ ਵਧੀਆ ਰਿਹਾ। ਥੋੜੀ ਗਰਮੀ ਸੀ, ਬੇ ਏਰੀਏ ਵਾਲਿਆਂ ਨੂੰ ਥੋੜੀ ਗਰਮੀ ਲੱਗਦੀ ਆ, ਤੇ ਪਰ ਓਵਰਆਲ ਜੇ ਦੇਖਿਆ ਜਾਵੇ ਸਾਰੇ ਹੀ ਪ੍ਰਬੰਧ ਸਾਰਾ ਕੁਛ ਵਧੀਆ ਰਿਹਾ। ਕੁਛ ਜਿਹੜੇ ਸਾਡੇ ਸਰੋਤੇ ਆਏ ਉਹਨਾਂ ਨੇ ਕੰਪਲੇਨ ਵੀ ਕੀਤੀ ਬੱਸ ਸਰਵਿਸ ਦੀ, ਵੀ ਉਹ ਥੋੜੀ ਡਿਲੇ ਸੀ। ਉਹ ਆਪਾਂ ਪ੍ਰਬੰਧਕਾਂ ਤੱਕ ਵੀ ਮੈਸੇਜ ਪਹੁੰਚਾ ਦਿੱਤਾ। ਆਉਣ ਵਾਲੇ ਸਮੇਂ 'ਚ ਉਹ ਕਹਿੰਦੇ ਠੀਕ ਆ, ਇਹ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਜਿਹੜੀ ਆ ਵਧੀਆ ਤਰੀਕੇ ਨਾਲ ਮੈਨੇਜ ਨਹੀਂ ਹੋ ਸਕਿਆ, ਕਿਉਂਕਿ ਪਹਿਲਾਂ ਜਿਹੜੀਆਂ ਸਕੂਲ ਦੀਆਂ ਬੱਸਾਂ ਹੁੰਦੀਆਂ ਸੀਗੀਆਂ, ਪਰ ਇਸ ਵਾਰ ਟਰੰਪ ਹੋਣਾ ਨੇ, ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਆਰਡਰ ਜਾਰੀ ਕੀਤਾ ਸੀ ਵੀ ਜਿਹੜੇ ਗਵਰਨਮੈਂਟ ਦੀਆਂ ਬੱਸਾਂ ਆ ਜਾਂ ਜਿੱਥੇ ਗਵਰਨਮੈਂਟ ਫੰਡਡ ਜੋ ਵੀ ਸਰਵਿਸਿਜ਼ ਆ, ਉਹ ਹੋਰ ਪ੍ਰਾਈਵੇਟ ਫੰਕਸ਼ਨ ਲਈ ਨਹੀਂ ਯੂਜ਼ ਕੀਤੀਆਂ ਜਾ ਸਕਦੀਆਂ। ਜਿਨ੍ਹਾਂ ਸੋ ਨੂੰ ਉਹਨਾਂ ਨੇ ਫੈਡਰਲ ਮਨੀ ਪ੍ਰਾਈਵੇਟ ਮਿਲਦੀ ਆ ਵੀ ਉਹ ਨਹੀਂ ਯੂਜ਼ ਜੀ ਕਰ ਸਕਦੇ, ਸੋ ਉਹਦੇ ਸੋ ਕਰਕੇ ਉਹਨਾਂ ਉਹਨਾਂ ਨੇ ਨੇ ਹੱਥ ਪ੍ਰਾਈਵੇਟ ਪਿੱਛੇ ਖਿੱਚ ਕੰਪਨੀ ਲਏ। ਨੂੰ ਹਾਇਰ ਕੀਤਾ ਸੀ। ਸੋ ਉਹ ਨੈਚੁਰਲੀ ਸੰਗਤ ਬਹੁਤ ਜ਼ਿਆਦਾ ਸੀ। ਸੋ ਉੱਥੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੇਟ ਕਰਨਾ ਪਿਆ। ਬਿਲਕੁਲ ਆਪਾਂ ਸਹੀ, ਜੋ ਸਾਡੇ ਬੂਥ ਤੇ ਆ ਕੇ ਕਈ ਜਾਣਿਆਂ ਨੇ ਇਹ ਕੰਪਲੇਨ ਕੀਤੀ ਤੇ ਅਸੀਂ ਪ੍ਰਬੰਧਕਾਂ ਤੱਕ ਇਹ ਮੈਸੇਜ ਪਹੁੰਚਾ ਵੀ ਦਿੱਤਾ ਤੇ ਉਹਨਾਂ ਨੇ ਮੰਨਿਆ ਵੀ ਕਿ ਹਾਂ, ਸੋ ਇਹ ਅਗਲੀ ਟਾਈਮ ਇਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਸੁਧਾਰ ਹੋਊਗਾ। ਜੀ ਬਿਲਕੁਲ, ਇਹ ਚਾਹੀਦਾ ਵੀ ਆ ਵੀ ਇਹ ਤੇ ਹੋਣਾ ਵੀ ਜਿਹੜਾ ਉਹ ਚਾਹੀਦਾ ਆ ਹਰਜੋਤ ਸਿੰਘ ਜੀ। ਅੱਜ ਤੱਕ ਜਿੱਦਾਂ ਕਹਿੰਦੇ ਸੀ ਵੀ ਬੈਕ ਐਂਡ ਫੋਰਥ ਬੱਸਾਂ ਜਿਹੜੀਆਂ ਚੱਲਦੀਆਂ ਜਿਹੜੀਆਂ ਰਹਿੰਦੀਆਂ ਸੀ, ਇਹਦੇ ਵਿੱਚ ਜਿਹੜੀ ਸੁਧਾਰ ਦੀ ਗੁੰਜਾਇਸ਼ ਕਿਉਂਕਿ ਕੋਈ ਵੀ ਚੀਜ਼ ਆਪਾਂ ਕਰਦੇ ਉਹਦੇ ਵਿੱਚ ਹਮੇਸ਼ਾ ਹੀ ਸੁਧਾਰ ਦੀ ਜਿਹੜੀ ਗੁੰਜਾਇਸ਼ ਆ ਉਹ ਰਹਿੰਦੀ ਆ, ਤੇ ਸੁਧਾਰ ਜਿਹੜਾ ਉਹ ਕਰਨਾ ਚਾਹੀਦਾ। ਇੱਕ ਨਾਲ ਹੀ ਆਪਾਂ ਬੇਨਤੀ ਵੀ ਜਿਹੜੀ ਇਹੀ ਆ ਵੀ ਈਵਨ ਦੋ ਬੱਸਾਂ ਟਾਈਮ ਨਾਲ ਵੀ ਆਉਂਦੀਆਂ ਹੋਣ, ਉੱਥੇ ਇੱਕ ਜ਼ਰੂਰ ਜਿੱਥੇ ਇੰਨੇ ਲੰਗਰ ਜਿਹੜੇ ਉਹ ਲੱਗਦੇ ਆ ਉਹਨਾਂ ਵਿੱਚੋਂ ਇੱਕ ਲੰਗਰ ਜਿੱਥੇ ਪਾਰਕਿੰਗ ਆ ਉੱਥੇ ਵੀ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਐਟਲੀਸਟ ਚਾਹ ਪਾਣੀ ਦਾ ਜਿਹੜਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ। ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ, ਇੰਨਾ ਚਿਰ ਵੇਟ ਕਰਦੇ ਹੋਏ ਬੜਾ ਔਖਾ ਉਹਨਾਂ ਦੇ ਲਈ ਜਿਹੜਾ ਉਹ ਹੋ ਜਾਂਦਾ ਆ। ਸੋ ਉਹ ਚੀਜ਼ ਦਾ ਵੀ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖਿਆ ਜਾਵੇ। ਸਭ ਤੋਂ ਜਿਹੜੀ ਪੋਜ਼ੀਟਿਵ ਚੀਜ਼ ਹਰਜੋਤ ਸਿੰਘ ਜੀ ਓਵਰਆਲ ਨਗਰ ਕੀਰਤਨ ਦੀ ਆ, ਬੜੇ ਹੀ ਸੁਖਾਲੇ ਜਿਹੜੇ ਆ ਉਹ ਮਾਹੌਲ ਦੇ ਵਿੱਚ ਜਿਹੜਾ ਇਹ ਰਿਹਾ। ਸਿਕਿਉਰਿਟੀ ਦਾ ਵੀ ਪੂਰਾ ਪ੍ਰਬੰਧ ਜਿਹੜਾ ਉਹ ਸੀਗਾ। ਆਪਾਂ ਨੂੰ ਪਤਾ ਆ ਵੀ ਸਿਕਿਉਰਿਟੀ ਦੇ ਉੱਤੇ ਹੀ ਇਸ ਨਗਰ ਕੀਰਤਨ ਦੇ ਉੱਤੇ $8 ਲੱਖ ਤੱਕ ਦਾ ਜਿਹੜਾ ਖਰਚਾ ਆ ਉਹ ਆ ਜਾਂਦਾ ਆ। ਜੇ ਓਵਰਆਲ ਦੇਖੀਏ ਨਾ ਹਰਜੋਤ ਸਿੰਘ ਜੀ, ਆਪਾਂ ਬਹੁਤ ਸਾਰੇ ਲੰਗਰਾਂ ਵਾਲੇ ਜਿਹੜੇ ਉਹਨਾਂ ਦੇ ਨਾਲ ਗੱਲ ਜਿਹੜੀ ਉਹ ਕੀਤੀ ਸੀਗੀ। ਸੋ ਇਹ ਕੋਈ ਨੈਗੇਟਿਵ ਚੀਜ਼ ਨਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਲੈ ਲਿਓ, ਪਰ ਇਹ ਆ ਵੀ ਦੇਖੋ ਵੀ ਕਿੰਨੇ ਦਇਆਵਾਨ ਜਿਹੜੇ ਉਹ ਆਪਣੇ ਜਿਹੜੇ ਲੋਕ ਨੇ। ਇਸ ਦੇ ਵਿੱਚ ਇਕੱਲਾ ਦਇਆਵਾਨ ਨਹੀਂ, ਕਿੰਨੇ ਦਾਨਵੀਰ ਵੀ ਨੇ। ਬਹੁਤ ਜਿਹੜੀ ਸੰਗਤ ਆ ਉਹ ਆਪ ਮੁਹਾਰੇ ਆ ਕੇ ਇਹਨਾਂ ਲੰਗਰਾਂ ਦੇ ਵਿੱਚ ਇਕੱਲੇ ਵਲੰਟੀਅਰ ਲਈ ਨਹੀਂ, ਜਿਹੜੀ ਉਹ ਤਨ ਮਨ ਧਨ ਦੇ ਨਾਲ ਜਿਹੜੀ ਉਹ ਸੇਵਾ ਜਿਹੜੀ ਉਹ ਕਰਦੀ ਆ। ਸੋ ਓਵਰਆਲ ਮਿਲੀਅਨਸ ਆਫ ਡਾਲਰ ਦਾ ਜਿਹੜਾ ਇੱਥੇ ਮਨੀ ਆ ਉਹ ਐਕਸਚੇਂਜ ਹੁੰਦੀ ਆ ਉਸ ਸ਼ਹਿਰ ਦੇ ਵਿੱਚ। ਪਾਪੂਲੇਸ਼ਨ ਉਸ ਸ਼ਹਿਰ ਦੀ ਜਿਹੜੀ ਉਹ ਵੱਧ ਜਾਂਦੀ ਆ। ਮੈਨੂੰ ਇੱਕ ਚੀਜ਼ ਮਾੜੀ ਲੱਗੀ, ਜਦੋਂ ਮੇਅਰ ਨੂੰ ਮੈਂ ਉੱਥੋਂ ਦੇ ਨੂੰ ਜਿਹੜਾ ਉਹ ਪੁੱਛਿਆ ਸੀਗਾ, ਉਹ ਆਪਣੇ ਬੂਥ ਤੇ ਆਏ ਸੀ, ਗੱਲਬਾਤ ਕੀਤੀ ਸੀ। ਮੈਂ ਕਿਹਾ ਵੀ ਇਕਨੋਮਿਕਲੀ ਕਿੱਦਾਂ ਹੁੰਦਾ, ਕਹਿੰਦਾ ਨਹੀਂ ਬਾੜਾ ਫਾਇਦਾ ਨਹੀਂ ਹੁੰਦਾ। ਸੋ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਮੇਅਰ ਨੂੰ ਵੀ ਥੋੜਾ ਦੱਸਣਾ ਚਾਹੀਦਾ ਵੀ ਇਦਾਂ ਕਿੱਦਾਂ ਤੁਸੀਂ ਕਿਹੜੇ ਆਧਾਰ ਤੇ ਜਿਹੜਾ ਉਹ ਕਹਿ ਦਿੰਦੇ ਆ ਇੰਨੀ ਰਸਦ ਜਿਹੜੀ ਉੱਥੋਂ ਤੁਹਾਡੇ ਲੋਕਲ ਸਟੋਰਾਂ ਤੋਂ ਜਿਹੜੀ ਉਹ ਖਰੀਦੀ ਜਾਂਦੀ ਆ,
ਉਹਦਾ ਕਿੰਨਾ ਹੁੰਦਾ ਹੈ, ਕਿੰਨੇ ਲੋਕ ਆ ਕੇ ਗੈਸ ਡੀਜ਼ਲ ਜਿਹੜਾ ਪਵਾਉਂਦੇ ਆ, ਹੋਟਲ ਮੋਟਲ Airbnb ਕਿੰਨਾ ਜ਼ਿਆਦਾ ਜਿਹੜਾ ਉੱਥੇ ਹੁੰਦਾ, ਉਹ ਸਾਰਾ ਸੇਲਸ ਟੈਕਸ ਤੁਹਾਨੂੰ ਹੀ ਜਾਂਦਾ ਹੈ, ਉਹ ਕਿਹੜਾ ਕਿਸੇ ਹੋਰ ਨੂੰ ਜਿਹੜਾ ਬਿਲਕੁਲ ਉਹ ਜਾ ਰਿਹਾ ਹੈ। ਸੋ ਤੁਹਾਡੇ ਕੋਲ ਹੀ ਜਿਹੜਾ ਉਹ ਆ ਰਿਹਾ, ਉੱਤੋਂ ਸਿਕਿਉਰਿਟੀ ਦਾ ਤੁਸੀਂ ਇੰਨੀ ਮਨੀ ਜਿਹੜੀ ਉਹ ਲੈਂਦੇ ਆ, ਸੋ ਸਾਰੀ ਮਨੀ ਤੁਹਾਡੇ ਕੋਲ ਜਿਹੜੀ ਉਹ ਆ ਰਹੀ ਹੈ। ਸੋ ਇਦਾਂ ਦਾ ਜਿਹੜਾ ਬਿਆਨ ਜਿਹੜਾ ਮੇਅਰ ਸਾਹਿਬ ਨੇ ਦਿੱਤਾ ਆ, ਉਹਦੇ ਤੇ ਜਿਹੜੇ ਆ ਜ਼ਰੂਰ ਇਤਰਾਜ਼ ਜਿਹੜਾ ਉਹਨਾਂ ਨੂੰ, ਲੋਕਾਂ ਨੂੰ, ਲੋਕਲ ਸੰਗਤਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਜਤਾਉਣਾ ਚਾਹੀਦਾ ਵੀ ਭਾਈ ਤੁਸੀਂ ਇਦਾਂ ਨਾ ਕਹੋ ਵੀ ਉਹ ਨਹੀਂ ਜੀ ਸਾਡੇ ਤਾਂ ਰੈਸਟੋਰੈਂਟ ਨਹੀਂ ਜਿਹੜੇ ਉਹ ਚੱਲਦੇ ਉਹਨਾਂ ਦਿਨਾਂ 'ਚ, ਤੇ ਇਹਦੇ ਕਰਕੇ ਸਾਨੂੰ ਫਾਇਦਾ ਨਹੀਂ ਹੁੰਦਾ। ਸੋ ਟੋਟਲੀ ਰੋਂਗ ਉਹਨਾਂ ਦੀ ਇਹ ਸਟੇਟਮੈਂਟ ਆ, ਉਹਨਾਂ ਨੂੰ ਇਸ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੀ। ਸੋ ਬਿਲਕੁਲ ਚੀਕੋ ਤੋਂ ਲੈ ਕੇ ਜੁਬਾ ਸਿਟੀ, ਰੋਜ਼ਵਿਲ, ਸੈਕਰਾਮੈਂਟੋ ਤੱਕ ਤਾਂ ਜੋ ਹੋਮ ਡਿਪੂ ਆ ਲਾਈਟਾਂ ਹੀ ਨਹੀਂ ਸੀ ਲੱਭਦੀਆਂ ਜਾਂ ਜਿਹੜੀਆਂ ਜਿਹੜੇ ਗਰੋਸਰੀ ਸਟੋਰ, ਉਹ ਤਾਂ ਸਮਾਨ ਨਹੀਂ ਲੱਭਦਾ ਸੀਗਾ। ਤੇ ਇੰਨਾ ਜ਼ਿਆਦਾ ਜਿਹੜਾ ਖਰੀਦ ਹੁੰਦਾ, ਟਰੱਕਾਂ ਦੇ ਟਰੱਕ ਜਿਹੜੇ ਜਿੱਥੇ ਤੁਸੀਂ ਲੰਗਰ ਛਕਦੇ ਆ ਟੈਂਟ ਲੱਗੇ ਹੋਏ ਸੀ, ਪਿੱਛੇ ਦੇਖੋ ਟਰੱਕਾਂ ਦੇ ਟਰੱਕ ਭਰੇ ਹੋਏ ਸੀ। ਸੋ ਦੂਸਰਾ ਜਿਹੜਾ ਕੁਐਸਚਨ ਤੁਸੀਂ ਮੇਅਰ ਨੂੰ ਕੀਤਾ ਵੀ ਭਾਈ ਜਿਹੜੀ ਬਿਊਟ ਰੋਡ ਆ ਤੇ ਟੇਰਾ ਵਿਨਰ ਰੋਡ ਆ, ਵੀ ਤੁਸੀਂ ਉੱਥੇ ਘੱਟੋ ਘੱਟ ਟੈਂਪਰੇਰੀ ਲਾਈਟ ਲਾ ਦਿਓ। ਉਹ ਕਹਿੰਦਾ ਮੇਰੇ ਧਿਆਨ 'ਚ ਹੀ ਨਹੀਂ ਆਇਆ ਕਦੇ। ਦੇਖ ਲਓ 46 ਸਾਲ ਹੋ ਗਏ ਨਗਰ ਕੀਰਤਨ ਨੂੰ, ਤੇ ਕਹਿੰਦੇ ਜੀ ਅਸੀਂ ਸੋਚਿਆ ਹੀ ਨਹੀਂ ਕਦੀ ਇਸ ਚੀਜ਼ ਦੇ ਬਾਰੇ। ਸੋ ਕਿਉਂਕਿ ਉਹ ਸਟਾਪ ਸਾਈਨ ਦੇ ਕਰਕੇ ਕਾਫੀ ਜ਼ਿਆਦਾ ਜਿਹੜੇ ਲੋਕ ਆ ਨਾ ਸਟਕ ਹੋ ਜਾਂਦੇ, ਕਿਉਂਕਿ ਉਹ 4 ਵੇ ਸਟਾਪ ਨਹੀਂ ਆ, 2 ਵੇ ਸਟਾਪ ਆ, ਉਹਦੇ ਕਰਕੇ ਪ੍ਰੋਬਲਮ ਜਿਹੜੀ ਉਹ ਆਉਂਦੀ ਆ। ਸੋ ਇਸ਼ੂਜ਼ ਚੱਕੇ ਜਾਣ, ਇਹ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਣ। ਸੋ ਇੱਕ ਵਾਰੀ ਫਿਰ ਆਪਾਂ ਵਲੰਟੀਅਰਸ ਦਾ, ਸੇਵਾਦਾਰਾਂ ਦਾ, ਸਾਰੇ ਹੀ ਨਗਰ ਕੀਰਤਨ ਦੇ ਜਿਹੜੇ ਸਪੋਰਟਰਸ ਆ, ਚਾਹੇ ਮੌਜੂਦਾ ਕਮੇਟੀ 'ਚ ਨੇ, ਚਾਹੇ ਉਹ ਵਿਰੋਧ ਦੇ ਵਿੱਚ ਆ, ਸਾਰਿਆਂ ਨੇ ਮਿਲ ਜੁਲ ਕੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਆ ਉਹ ਕੀਤਾ, ਗਿਲੇ ਸ਼ਿਕਵੇ ਜਿਹੜੇ ਉਹ ਦੂਰ ਰੱਖੇ। ਜਿਹੜੇ ਕਿਸੇ ਨੇ ਕੁਝ ਅਨਾਪ ਸ਼ਨਾਪ ਬੋਲਿਆ ਵੀ ਕਈ ਥਾਵਾਂ ਦੇ ਉੱਤੇ, ਲੋਕਾਂ ਨੇ ਜਿਹੜੀ ਆ ਸੁਹਿਰਦਤਾ ਇਗਨੋਰ ਕੀਤਾ, ਲੋਕਾਂ ਨੇ ਸਾਡੇ ਤੇ ਕੋਈ ਅਸਰ ਹੀ ਨਹੀਂ ਹੈ। ਉਹਨਾਂ ਨੇ ਆਪਣੀ ਹੀ ਅਕਲ ਦਾ ਜਨਾਜ਼ਾ ਕੱਢਿਆ। ਬਿਲਕੁਲ ਬਿਲਕੁਲ, ਜਿਨ੍ਹਾਂ ਨੇ ਕੁਛ ਇਦਾਂ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ ਆ, ਸੋ ਅਕਲ ਦਾ ਜਨਾਜ਼ਾ ਜਿਨ੍ਹਾਂ ਨੇ ਕੱਢਿਆ, ਲੋਕਾਂ ਨੇ ਉਹਨਾਂ ਨੂੰ ਇਗਨੋਰ ਜਿਹੜਾ ਉਹ ਟੋਟਲੀ ਜਿਹੜਾ ਉਹ ਕੀਤਾ ਹੋਇਆ ਆ। ਸੋ ਕਿਉਂਕਿ ਉਹ ਸਪੋਰਟ ਉਹਨਾਂ ਦੀ ਘਟ ਰਹੀ ਹੈ, ਸੋ ਇਸੇ ਲਈ ਉਹ ਜਿਹੜੀ ਆ ਨਾ ਮਾੜੀ ਪਬਲਿਸਿਟੀ ਲੈਣ ਦੇ ਲਈ ਇਦਾਂ ਦੀਆਂ ਜਿਹੜੀਆਂ ਕਈ ਵਾਰੀ ਨਾ ਉਹ ਬਿਆਨ ਤੇ ਗੱਲਾਂ ਜਿਹੜੀਆਂ ਉਹ ਕਰ ਰਹੇ ਹੁੰਦੇ ਆ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕੌਮ ਦੇ ਹਿੱਕ ਦੇ ਵਿੱਚ ਕਿੱਦਾਂ ਜਿਹੜੀ ਆ ਹੱਕ ਦੇ ਵਿੱਚ ਜਿਹੜੀ ਉਹ ਗੱਲ ਕਰਨੀ ਆ, ਨਾ ਕਿ ਜਿਹੜੀ ਆ ਉਹ ਫੋਕੀ ਸ਼ੋਹਰਤ ਲੈਣ ਦੀ ਜਿਹੜੀ ਉਹ ਗੱਲ ਕੀਤੀ ਜਿਹੜੀ। ਸੋ KCRA ਦੀ ਜਿਹੜੀ ਤੁਸੀਂ ਬੋਲੇ ਸੀ, ਉਹ ਥੋੜਾ ਦਿਖਾ ਦਿਓ ਤੇ ਉਸ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਫਿਰ ਆਪਾਂ ਹੋਰ ਖਬਰਾਂ ਸਾਂਝੀਆਂ ਕਰਾਂਗੇ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਪੰਜਾਬੀ ਰੇਡੀਓ USA ਦੇ ਬਹੁਤ ਵੱਡੀ ਗਿਣਤੀ 'ਚ ਆਏ। ਸਾਰਿਆਂ ਦੀਆਂ ਫੋਟੋਆਂ ਚਾੜਤੀਆਂ, ਕੁਝ ਚਾੜ ਵੀ ਰਹੇ ਆ, ਕਿਉਂਕਿ ਅਸੀਂ 15 ਘੰਟੇ 14 ਘੰਟੇ ਉੱਥੇ ਰਹੇ ਹੈਗੇ ਆ, ਤੇ ਉਸ ਕਰਕੇ ਸਾਰੀ ਟੀਮ ਸਾਡੀ ਬਿਜੀ ਸੀਗੀ। ਕੋਸ਼ਿਸ਼ ਕਰ ਰਹੇ ਆ, ਵੀਡੀਓਜ਼ ਬਹੁਤ ਆ, ਜਿਹੜੇ ਵੀ ਸਾਡੇ ਸਰੋਤੇ ਆ ਜਾਂ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਪੂਰੇ ਦੁਨੀਆ 'ਚ ਨਹੀਂ ਪਹੁੰਚ ਸਕੇ, ਬਹੁਤ ਹੀ ਜ਼ਿਆਦਾ ਵੀਡੀਓਜ਼ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ, Facebook ਤੇ, ਪੰਜਾਬੀ TV ਚੈਨਲ ਤੇ ਹੈਗੀਆਂ। ਸੋ ਉਹਨਾਂ ਨੂੰ ਲਿੰਕ ਭੇਜੋ ਤਾਂ ਕਿ ਘਰ ਬੈਠੇ ਵੀ ਉਹ ਜੋ ਕੁਝ ਨਗਰ ਕੀਰਤਨ ਦੇ ਦੌਰਾਨ ਹੋਇਆ ਸਾਰਾ ਕੁਝ ਉਹ ਦੇਖ ਸਕਣ, ਤਾਂ ਕਿ ਜਿੱਥੇ ਵੀ ਆਪਣੇ ਸ਼ਹਿਰ 'ਚ ਰਹਿੰਦੇ ਆ, ਉੱਥੇ ਵੀ ਜਦੋਂ ਕਦੇ ਨਗਰ ਕੀਰਤਨ ਹੁੰਦੇ ਆ, ਉਹਨਾਂ ਦੇ ਵਿੱਚ ਉਹ ਸਾਰੇ ਜੋ ਵੱਖ-ਵੱਖ ਪ੍ਰੋਗਰਾਮ ਸੀ, ਉੱਦਾਂ ਦੇ ਪ੍ਰੋਗਰਾਮ ਐਡ ਕਰ ਸਕਣ। ਜੀ ਹਰਜੋਤ ਸਿੰਘ ਜੀ, ਆਪਾਂ ਉਹ ਥੋੜੇ ਜਿਹਾ ਪੇਸ਼ ਕਰਦੇ ਹਾਂ। We are here at Yuba City. This is the 46th year of this event. It will be a religious and a cultural event. In Sikhi, everyone is welcome. In this event, everyone, irrespective of their religion, of whatever economic background they are welcome. There is a concept of free universal community kitchen. Everything will be provided for here. People from all across the world come over here and do seva, which is like selfless service for the other human beings over here. So this is a message of universal love. It's a message of integration. So we Sikhs have been here in US for more than 100 years. We have been doing this, and we come to your events and we welcome you to come to our events. So it will be festive, it will be religious, it will be cultural. You will find everything over here. And quickly with the last question, I mean, this has grown significantly over its time here. Can you speak to its size now? Yeah, we are also, just like your media, for our Punjabi community, we have around 15 stations, AM, FM stations across California. Since 15 years ago, when I started coming over here,
it was low, but now the numbers are crossed to 200,000 across this 3 days, Friday, Saturday, Sunday. So the main event is on Sunday, so everyone is welcome. I again, from the Punjabi community, welcome all of you guys to come and visit and see what the Sikhs looks like, Sikh Americans, what we are. Thank you so much, Raj. Appreciate your time. Thank you very much. And that parade that he was talking about, that is at ਜੀ ਸੋ ਬਿਲਕੁਲ ਸੋ ਆਪਾਂ ਇਹ ਜਿਹੜੀ ਗੱਲ ਕੀਤੀ ਆ ਸੋ ਆਪਾਂ ਜਿਹੜੇ ਲੰਗਰ ਦੀ ਗੱਲ ਕੀਤੀ ਆ ਇੰਟੀਗ੍ਰੇਸ਼ਨ ਦੀ ਆ ਮੈਸੇਜ ਜਿਹੜਾ ਉਹ ਇਹੀ ਆ ਵੀ ਸਾਰੇ ਜਿਹੜੇ ਉਹ ਜੀਆਂ ਨੂੰ ਆਪਾਂ ਵੀ ਉਹਨਾਂ ਦੇ ਇਵੈਂਟਸ ਦੇ ਉੱਤੇ ਜਾਂਦੇ ਆ ਤੇ ਇਹ ਵੀ ਆਪਣੇ ਇਵੈਂਟਸ ਦੇ ਉੱਤੇ ਜਿਹੜੇ ਉਹ ਆਉਣ ਤਾਂ ਹੀ ਆਪਾਂ ਨੂੰ ਇਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗੇਗਾ। ਹਰਜੋਤ ਸਿੰਘ ਜੀ ਕੁਇਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਆ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਆਈ ਜਿਹੜੀ ਵੱਡੀ ਅਪਡੇਟ ਆ ਉਸ ਨੂੰ ਜਿਹੜਾ ਉਹ ਲੈ ਕੇ ਇਹ ਵੀ ਮਾਮਲਾ ਜਿਹੜਾ ਆ ਉਹ ਬਹੁਤ ਵਿਚਾਰ ਤੇ ਚਰਚਾ ਜਿਹੜੀ ਉਹ ਮੰਗਦਾ ਆ। ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਸ਼ਨਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਆ ਉਹ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਜਿਹੜੇ ਡੀਏ ਆ ਉਹਨਾਂ ਨੇ ਜਸ਼ਨਪ੍ਰੀਤ ਦੇ ਉੱਤੇ ਜਿਹੜੇ DUI ਦੇ ਜਿਹੜੇ ਚਾਰजेस ਪਹਿਲਾਂ ਲਗਾਏ ਸੀ ਉਹਨਾਂ ਨੂੰ ਹੁਣ ਡ੍ਰੌਪ ਕਰ ਦਿੱਤਾ ਆ। ਉਹਨਾਂ ਨੇ ਜਿਹੜੇ ਨਵੇਂ ਅਮੈਂਡਡ ਜਿਹੜੀ ਕੰਪਲੇਂਟ ਆ ਉਹ ਲਾ ਦਿੱਤੀ ਆ ਤੇ ਇਹਦੇ ਵਿੱਚ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ ਹੀ ਜਿਹੜੀ ਹੁਣ ਐਡ ਕੀਤੀ ਆ। ਜਿਸ ਦਿਨ ਇਹ ਐਕਸੀਡੈਂਟ ਵਾਪਰਿਆ ਸੀ ਹਾਈਵੇ 10 ਦੇ ਉੱਤੇ ਓਨਟਾਰੀਓ ਦੇ ਵਿੱਚ, ਉਸ ਟਾਈਮ CHP ਨੇ ਇਹ ਬਿਆਨ ਦਿੱਤਾ ਸੀਗਾ ਵੀ ਮੈਡੀਕਲ ਦੇ ਲਈ ਲੈ ਕੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਅੰਡਰ ਦਾ ਇਨਫਲੂਐਂਸ ਜਿਹੜਾ ਉਹ ਪਾਇਆ ਗਿਆ ਆ। ਹੁਣ ਜਿਹੜੀ ਨਵੀਂ ਆਈ ਟੌਕਸੀਕੋਲੋਜੀ ਰਿਪੋਰਟ ਆ ਸੈਨ ਬਰਨਾਰਡੀਨੋ ਕਾਉਂਟੀ ਦੇ ਡਿਸਟ੍ਰਿਕਟ ਆਫਿਸ ਨੇ ਜਿਹੜੀ ਰਿਲੀਜ਼ ਕੀਤੀ ਆ, ਉਹਦੇ ਵਿੱਚ ਇਹ ਕਨਫਰਮ ਜਿਹੜਾ ਹੋਇਆ ਵੀ ਉਹ ਡਰਾਈਵਿੰਗ ਨਹੀਂ ਕਰ ਰਿਹਾ ਸੀ ਅੰਡਰ ਦਾ ਜਿਹੜਾ ਉਹ ਇਨਫਲੂਐਂਸ ਆਫ ਡਰੱਗਸ। ਜਦ ਜਸ਼ਨਪ੍ਰੀਤ ਦਾ ਜਿਹੜਾ ਟਰੱਕ ਆ ਉਹ ਖੜੇ ਟ੍ਰੈਫਿਕ ਦੇ ਵਿੱਚ ਜਾ ਕੇ ਵੱਜਾ ਤੇ 3 ਜਾਣਿਆਂ ਦੀ ਉੱਥੇ ਜਿਹੜੀ ਉਹ ਮੌਤ ਹੋਈ ਆ। ਸੋ ਗ੍ਰੋਸਲੀ ਨੈਗਲੀਜੈਂਟ ਹੋਮਿਸਾਈਡ ਦੇ ਵਿੱਚ ਇਹਨਾਂ ਨੇ ਕੇਸ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ ਆ। ਇੱਥੇ ਹੁਣ ਵੱਡੇ ਸਵਾਲ ਜਿਹੜੇ ਹਰਜੋਤ ਸਿੰਘ ਜੀ ਇਹ ਨਾਲ ਜਿਹੜੇ ਉੱਠਦੇ ਆ ਵੀ ਉਹ CHP ਦੇ ਅਫਸਰ ਨੇ ਫਿਰ ਉਹ ਕਿਹੜੇ ਮੈਡੀਕਲ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਚੀਜ਼ ਜਿਹੜੀ ਉਹ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਨਫੈਕਟ ਚਾਰਜ ਵੀ ਜਿਹੜੇ ਆ DA ਨੇ ਫਾਈਲ ਕਰ ਦਿੱਤੇ। ਸੋ ਬਗੈਰ ਜਾਂਚ ਪੜਤਾਲ ਕੀਤੇ ਉਹਨਾਂ ਨੇ ਕਿਹੜੇ ਆਧਾਰ ਦੇ ਉੱਤੇ ਜਿਹੜੀ ਉਹ ਚਾਰਜ ਫਾਈਲ ਕੀਤੇ ਤੇ ਕਿਹੜੇ ਆਧਾਰ ਦੇ ਉੱਤੇ ਫਿਰ ਉਹ DUI ਦੇ ਜਿਹੜੇ ਚਾਰजेस ਆ ਉਸ ਦੇ ਉੱਤੇ ਆਖਿਆ। ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਸਭ ਨੂੰ ਹੀ ਪਤਾ ਆ, ਜਿਹੜੀ ਖਬਰ ਆਈ ਉਹ ਸਾਰਿਆਂ ਨੇ ਪੇਸ਼ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਇਹ ਮੁੱਦਾ ਜਿਹੜਾ ਉਹ ਬਣ ਗਿਆ ਜਸ਼ਨਪ੍ਰੀਤ ਦੇ ਜਿਹੜਾ ਉਹ ਉਲਟ। ਦੇਖੋ ਐਕਸੀਡੈਂਟ ਤਾਂ ਉਹਦੇ ਕੋਲ ਹੋਇਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਐਕਸੀਡੈਂਟ ਜਿਹੜਾ ਹੋਇਆ ਉਹ ਨੈਗਲੀਜੈਂਸ ਹੁਣ ਉਹਦੇ ਕਰਕੇ ਜਿਹੜਾ ਹੋਇਆ, ਪਰ ਉਸ ਟਾਈਮ ਦੇ ਉੱਤੇ ਜਦੋਂ DUI ਵਾਲੀ ਜਿਹੜੀ ਚੀਜ਼ ਨਾਲ ਐਡ ਕਰ ਦਿੱਤੀ ਗਈ ਉਹਦੇ ਨਾਲ ਖਾਸਾ ਜਿਹੜੀ ਉਹ ਪ੍ਰੋਬਲਮ ਸਾਰੇ ਹੀ ਜਿਹੜੇ ਆ ਉਹ ਲੋਕਾਂ ਨੂੰ ਉਸ ਦਾ ਸਾਹਮਣਾ ਕਰਨਾ ਜਿਹੜਾ ਉਹ ਪਿਆ ਆ। ਸੋ ਬਿਲਕੁਲ, ਜਿਹੜੀ ਖਾਸ ਕਰਕੇ ਸਿੱਖ ਤੇ ਪੰਜਾਬੀ ਟਰੱਕਰਸ ਆ ਉਹਨਾਂ ਦੇ ਉੱਤੇ ਉਸ ਐਕਸੀਡੈਂਟ ਦਾ ਬਹੁਤ ਜ਼ਿਆਦਾ ਅਸਰ ਪਿਆ। ਕਾਰਨ ਕੀ ਆ ਵੀ ਅਮਰੀਕਾ ਦਾ ਕੋਈ ਵੀ TV ਸਟੇਸ਼ਨ, ਅਖਬਾਰ ਨਹੀਂ ਰਿਹਾ ਜਿਨ੍ਹਾਂ ਨੇ ਜਸ਼ਨਪ੍ਰੀਤ ਦੀ ਫੋਟੋ ਨਾ ਲਾਈ ਹੋਵੇ ਤੇ ਇਹ ਨਹੀਂ ਲਿਖਿਆ ਕਿ ਦੇਖੋ ਜੀ ਉਹ ਤਾਂ DUI ਦੇ ਅੰਡਰ ਸੀ, 3 ਲੋਕਾਂ ਦੀ ਮੌਤ ਹੋਈ, ਟਰੱਕ ਸਟਾਪ ਨਹੀਂ ਕਰ ਸਕਿਆ, ਜੋ ਹਾਈਵੇ 10 ਫਰੀਵੇ ਓਨਟਾਰੀਓ ਦੇ ਵਿੱਚ ਵਾਪਰਿਆ ਸੀਗਾ। ਸੋ ਜਦੋਂ ਉਸਨੇ ਗਿਲਟੀ ਪਲੀਆ ਨਹੀਂ ਕੀਤਾ ਸੀ ਤੇ ਮੈਂ ਇਹ ਨਹੀਂ ਹੈਗਾ ਅੰਡਰ ਇਨਫਲੂਐਂਸ, ਤੇ ਹੁਣ ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਆ ਕਿ ਜਿਹੜੀਆਂ ਟੌਕਸੀਕੋਲੋਜੀ ਰਿਪੋਰਟਸ ਆਈਆਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਸਬਸਟੈਂਸ ਜਿਹੜਾ ਆ ਟੈਸਟ ਕੀਤਾ ਗਿਆ ਉਹ ਪੋਜ਼ਿਟਿਵ ਨਹੀਂ ਸੀਗਾ ਉਹਦੇ ਬਲੱਡ ਦੇ ਵਿੱਚ। ਸੋ ਇਹ ਜਿਹੜੀ ਕੰਪਲੇਨ ਆ ਪਹਿਲਾਂ ਉਹਨਾਂ ਨੇ ਇਹ ਕੀਤਾ ਸੀ ਵੀ ਅੰਡਰ DUI ਆ, ਫਿਰ ਇਸ ਨੂੰ ਉਹਨਾਂ ਨੇ ਹੁਣ ਅਮੈਂਡ ਕੀਤਾ ਹੈਗਾ ਆ। 3 ਕਾਊਂਟ ਹਜੇ ਵੀ ਉਹਨਾਂ ਦੇ ਵਹੀਕਲ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ ਤੇ 1 ਕਾਊਂਟ ਆਫ ਰੈਕਲੈਸ ਡਰਾਈਵਿੰਗ ਔਨ ਏ ਹਾਈਵੇ ਕਾਜ਼ਿੰਗ ਏ ਸਪੈਸੀਫਿਕ ਇੰਜਰੀ, ਇਹ ਜਿਹੜੇ ਚਾਰजेस ਆ ਹੁਣ ਲਾਏ ਹੈਗੇ ਆ। ਪਰ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਮੀਡੀਆ ਦੇ ਵਿੱਚ, ਅਮਰੀਕਨ ਮੀਡੀਆ ਦੇ ਵਿੱਚ ਨਹੀਂ ਇਕੱਲੀ ਵਰਲਡ ਮੀਡੀਆ ਦੇ ਵਿੱਚ ਇਹ ਖਬਰ ਫੈਲੀ ਤੇ ਨਾਲ ਹੀ ਹਰਜਿੰਦਰ ਸਿੰਘ ਦੀ, ਨਾਲ ਹੀ ਜਸ਼ਨਪ੍ਰੀਤ ਦੀਆਂ ਫੋਟੋਆਂ ਲਾ ਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ 3 ਵਾਰੀ ਉਹ ਟਵੀਟ ਜਿਹੜਾ ਆ ਉਹ ਦੁਬਾਰਾ ਕੀ ਰੀਟਵੀਟ ਕੀਤਾ। ਸ਼ਾਨ ਡਫੀ ਨੇ ਉਹ ਸੇਮ ਪਿਕਚਰਸ ਸ਼ੇਅਰ ਕੀਤੀਆਂ। ਈਵਨ ਕੈਲੀਫੋਰਨੀਆ ਦਾ $160 ਮਿਲੀਅਨ ਦੀ ਫੰਡਿੰਗ ਹੋਰ ਰੋਕਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਦੇਖੋ 40 ਮਿਲੀਅਨ ਪਹਿਲਾਂ ਰੋਕੀ ਆ ਤੇ ਕੈਲੀਫੋਰਨੀਆ ਵਾਲੇ ਜਿਹੜੇ ਆ ਗਲਤ ਦੇ ਰਿਹਾ। ਤੇ ਹਮੇਸ਼ਾ ਹੀ ਜਿਹੜੀ ਫੈਡਰਲ ਸਰਕਾਰ ਆ ਉਹ ਜਿੰਨੇ ਵੀ ਵਰਕ ਪਰਮਿਟ ਦੇ ਉੱਤੇ ਲੋਕ ਆ ਜਦੋਂ ਉਹਨਾਂ ਨੂੰ ਅਰੈਸਟ ਕਰਦੀ ਆ ਜਾਂ ਕਿਸੇ ਦੀ ਕੋਈ ਅਣਸਕਾਮੀ ਘਟਨਾ ਵਾਪਰੀ ਤੇ ਉਹਨਾਂ ਨੂੰ ਅਨਡਾਕੂਮੈਂਟਡ ਹੀ ਕਹਿੰਦੇ ਆ। ਹਾਲਾਂਕਿ ਉਹਨਾਂ ਨੂੰ ਇਲੀਗਲੀ ਕਹਿੰਦੇ ਆ ਕਿ ਇਨਫੈਕਟ ਨਾ ਹੀ ਜਾਂਦੇ, ਹਾਲਾਂਕਿ ਫੈਡਰਲ ਗਵਰਨਮੈਂਟ ਨੇ ਵਰਕ ਪਰਮਿਟ ਦਿੱਤੇ ਹੋਏ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਕਲੇਮ ਕਰਦਾ ਵੀ ਉਹ ਅਨਡਾਕੂਮੈਂਟਡ ਸੀ, 2022 ਦੇ ਵਿੱਚ ਮੈਕਸੀਕੋ ਬਾਰਡਰ ਤੋਂ ਐਂਟਰ ਹੋਇਆ ਸੀ ਤੇ ਕਹਿੰਦੇ ਵੀ ਪਰ ਹੁਣ ਜਿਹੜੇ ਕੈਲੀਫੋਰਨੀਆ ਵਾਲੇ ਕਹਿ ਰਹੇ ਵੀ ਭਾਈ ਵਰਕ ਪਰਮਿਟ ਤਾਂ ਤੁਸੀਂ ਦਿੱਤਾ, ਇੰਪਲਾਇਮੈਂਟ ਆਥੋਰਾਈਜੇਸ਼ਨ ਤੁਸੀਂ ਦਿੱਤੀ ਉਹਨੂੰ April 2025 ਚ, April 24 2025 ਚ। ਉਹ ਤੋਂ ਬਾਅਦ ਉਹਦਾ ਫਿਰ ਜਿਹੜਾ ਆ ਫੇਰ ਵਰਕ ਪਰਮਿਟ ਰਿਨਿਊ ਕੀਤਾ October 16 2026 ਤਾਈਂ, ਤੇ ਉਹ ਤੋਂ ਬਾਅਦ ਫਿਰ ਅਗਸਤ 18 2030 ਤਾਈਂ ਕੀਤਾ। ਸੋ ਹੁਣ ਜਿਹੜੀ ਉਹਦੀ ਕੋਰਟ ਹੀਅਰਿੰਗ ਆ ਨੈਕਸਟ ਟਿਊਜ਼ਡੇ ਨੂੰ ਹੋਣੀ ਹੈਗੀ ਆ
ਤੇ ਇਹ ਦੇਖਦੇ ਆ ਵੀ ਹੁਣ ਤਾਂ ਨਹੀਂ ਹੋਰ ਕੋਈ ਚਾਰਜਸ ਜਿਹੜੇ ਚੇਂਜ ਕਰਦੇ ਹੈਗੇ ਆ ਜਿਹੜੇ ਓਰੀਜਨਲ ਫਾਈਲ ਕੀਤੇ ਸੀ ਉਹ ਤੋਂ ਬਾਅਦ, ਪਰ ਬਿਲਕੁਲ। ਹਜੇ ਵੀ ਉਹ ਜੇਲ੍ਹ ਦੇ ਵਿੱਚ ਆ। ਹਜੇ ਵੀ ਉਹਦੀ ਜਿਹੜੀ ਆ ਬੇਲ ਨਹੀਂ ਹੋਈ ਹੈਗੀ। ਇਹ ਸਾਰੇ ਕਾਸੇ ਦੇ ਨਾਲ ਜਿਸ ਹਿਸਾਬ ਦੇ ਨਾਲ ਜਿਹੜੀ ਫੈਡਰਲ ਸਰਕਾਰ ਆ ਜਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਇਹਨਾਂ ਦੋ ਐਕਸੀਡੈਂਟਸ ਨੂੰ ਲੈ ਕੇ, ਹਾਲਾਂਕਿ ਬਹੁਤ ਵਾਰ ਕਹਿੰਦੇ ਜੀ ਦੇਖੋ ਫਲੋਰੀਡਾ 'ਚ ਵੀ ਐਕਸੀਡੈਂਟ ਹੋਇਆ, ਉਹ ਗੋਰੇ ਨੇ, ਉਹਦੀ ਬੇਲ ਹੋ ਗਈ, ਆਪਾਂ ਨੂੰ ਪਤਾ। ਪਰ ਜਿਹੜਾ ਵੀ ਤੁਸੀਂ ਕੋਈ ਵੀ ਮੀਡੀਆ ਓਪਨ ਕਰਕੇ ਦੇਖ ਲਓ ਗੂਗਲ ਤੇ ਉਹ ਤੁਸੀਂ ਇਹਨਾਂ ਦੋਨਾਂ ਦੀਆਂ ਫੋਟੋਆਂ ਵਾਲਾ ਦੇਖੋਗੇ। ਆ 3 ਦਿਨ ਪਹਿਲਾਂ ਜਿਹੜੀ ਹੁਣ ਖਬਰ ਆਈ ਆ ਵੀ 7284 ਦੇ ਕਰੀਬ ਜਿਹੜੇ ਹੈਗੇ ਆ, 7248 ਸੌਰੀ ਡਰਾਈਵਰਸ, ਉਹਨਾਂ ਨੂੰ ਆਫ ਰੋਡ ਕਰ ਦਿੱਤਾ ਗਿਆ ਕਿਉਂਕਿ ਉਹ ਇੰਗਲਿਸ਼ ਟੈਸਟ ਦੇ ਵਿੱਚ ਫੇਲ ਹੋਏ ਆ। ਉਹ ਉੱਥੇ ਫੇਰ ਇਹਨਾਂ ਦੋ ਜਾਣਿਆਂ ਦੀ ਜਿਹੜੀ ਫੋਟੋ ਆ ਉਹ ਲਾ ਦਿੱਤੀ ਜਾਂਦੀ ਹੈਗੀ ਆ। ਸੋ ਇਹ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਹੈਪਨ ਹੋ ਰਿਹਾ। ਇਹ ਜਾਣਬੁੱਝ ਕੇ ਉਹਨਾਂ ਨੇ ਪਹਿਲਾਂ ਇਹ ਲਿਖਿਆ ਅੰਡਰ DUI ਸੀ, ਸਿਰਫ ਬਦਨਾਮ ਕਰਨ ਦੇ ਲਈ ਸੀ ਇਮੀਗ੍ਰੈਂਟਸ ਨੂੰ, ਜਾਂ ਇਹ ਗਲਤੀ ਸੀ, ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ। ਪਰ ਇਹਦੇ ਨਾਲ ਓਵਰਆਲ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪਿਆ ਹੈ। ਡਿਸਟ੍ਰਿਕਟ ਅਟਾਰਨੀ ਜਿਹੜੇ ਰੈਂਚੋ ਕੁਕਾਮੋਂਗੋ ਦੇ ਸੈਨ ਬਰਨਾਰਡੀਨੋ ਕਾਉਂਟੀ ਦੇ ਉਹ ਜੇਸਨ ਐਂਡਰਸਨ, ਜਿਨ੍ਹਾਂ ਨੇ ਪਹਿਲੋਂ ਇਹ ਫਾਈਲ ਕੀਤਾ ਹੈ। ਸੋ ਅਮਰੀਕਨ ਸਿਸਟਮ ਦੀ ਇੱਕ ਬਿਊਟੀ ਇਹ ਵੀ ਆ, ਤੁਸੀਂ ਦੇਖਿਓ ਕਿ ਜੇ ਉਹਨਾਂ ਨੇ ਗਲਤ ਚਾਰਜ ਫਾਈਲ ਕੀਤੇ ਤੇ ਉਹਨਾਂ ਨੇ ਸੁਧਾਰ ਵੀ ਜਿਹੜਾ ਇਸ ਦੇ ਵਿੱਚ ਕੀਤਾ, ਪਰ ਕੁਐਸਚਨ ਤਾਂ ਇਸ ਦੇ ਵਿੱਚ ਹੋਣਾ ਚਾਹੀਦਾ CHP ਦੇ ਉਸ ਅਫਸਰ ਨੂੰ ਵੀ ਜਿਹੜਾ ਕਟਹਿਰੇ ਦੇ ਵਿੱਚ ਲਿਆਉਣਾ ਚਾਹੀਦਾ ਵੀ ਤੁਸੀਂ ਕਿਹੜੇ ਆਧਾਰ ਦੇ ਉੱਤੇ ਇਹ ਜਿਹੜੀ ਉਹ ਗੱਲ ਕੀਤੀ, ਤੇ ਇਹਨਾਂ ਨੂੰ ਵੀ ਜਿਹੜੀ ਜਵਾਬਦੇਹੀ ਹੈ ਇਸ ਚੀਜ਼ ਦੇ ਵਿੱਚ ਹੋਣੀ ਚਾਹੀਦੀ ਆ। ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਾਂ ਜੋ ਇਸ ਚੀਜ਼ਾਂ ਦੇ ਵਿੱਚ ਇਨਵੋਲਵ ਨੇ, ਉਹਨਾਂ ਨੂੰ ਇਸ ਦਾ ਜਿਹੜਾ ਜਵਾਬ ਆ ਉਹ ਲੈਣਾ ਚਾਹੀਦਾ ਆ। ਤੇ ਇਹ ਡੈਫੀਨੇਟਲੀ ਇਸ ਚੀਜ਼ ਦੇ ਵਿੱਚ ਇਹ ਗੱਲ ਜਿਹੜੀ ਉਹ ਹੈਗੀ ਆ। ਸੋ ਜਿਸ ਤਰੀਕੇ ਦੇ ਨਾਲ ਇਸ ਖਬਰ ਦੇ ਵਿੱਚ ਅਪਡੇਟ ਆਈ ਆ ਉਹ ਆਪਾਂ ਤੁਹਾਡੇ ਨਾਲ ਦੇ ਨਾਲ ਸ਼ੇਅਰ ਕੀਤੀ। ਜਾਂ ਉਦੋਂ ਜਿਹੜੇ ਅਧਿਕਾਰਿਤ ਬਿਆਨ CHP ਦੇ DA ਦੇ ਜਿਹੜੇ ਚਾਰजेस ਆ ਜੋ ਉਹਦੇ ਵਿੱਚ ਲਾਏ ਗਏ ਜਿਹੜੀ ਸੀ, ਪੁਲਿਸ ਰਿਪੋਰਟ ਵੀ ਜਾਰੀ ਕੀਤੀ ਸੀ ਉਹਦੇ 'ਚ ਵੀ ਲਿਖਿਆ ਸੀ। ਹਾਂਜੀ, ਨਹੀਂ ਉਹਨਾਂ ਨੇ ਜਿਹੜੀ ਟਿਕਟ ਦਿੱਤੀ ਸੀ ਉਹ ਸੀਗੀ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਦੋਂ ਪੇਸ਼ ਇਸ ਹਿਸਾਬ ਦੇ ਨਾਲ ਕੀਤੀਆਂ। ਸੋ ਇਹ ਕਿਹੜੀ ਚਾਲ ਦੇ ਹੇਠ ਹੋਇਆ, ਕਿੱਦਾਂ ਜਿਹੜਾ ਹੋਇਆ, ਉਹ ਸਾਰੀਆਂ ਚੀਜ਼ਾਂ ਆ। ਅਨਫੋਰਚੂਨੇਟਲੀ 3 ਜਾਣਿਆਂ ਦੀ ਇਸ ਦੇ ਵਿੱਚ ਜਾਨ ਚਲੀ ਗਈ, ਉਹ ਸੱਚਾਈ ਆ। ਉਹ ਤਾਂ ਉਸ ਤੋਂ ਤੁਸੀਂ ਲਾਂਭੇ ਨਹੀਂ ਜਿਹੜਾ ਉਹ ਹੋ ਸਕਦੇ। ਉਸਨੇ DUI ਦੇ ਵਿੱਚ ਸੀਗਾ ਜਾਂ ਨਹੀਂ ਸੀਗਾ, ਪਰ ਉਹਦੀ ਅਣਗਹਿਲੀ ਨਾਲ 3 ਮੌਤਾਂ ਹੋਈਆਂ, ਇਹ ਤੋਂ ਤੁਸੀਂ ਭੱਜ ਨਹੀਂ ਸਕਦੇ। ਉਹਦਾ ਤਾਂ ਉਸ ਨੂੰ ਜਵਾਬ ਦੇ ਜਿਹੜਾ ਉਹ ਉਸ ਦੇ ਵਿੱਚ ਹੁਣ ਹੋਣਾ ਹੀ ਪੈਣਾ ਆ। ਪਰ ਹਾਂ, ਇਸ ਦੀ ਆੜ ਦੇ ਵਿੱਚ ਵਰਕ ਪਰਮਿਟ ਵਾਲੇ ਜਿਹੜੇ ਡਰਾਈਵਰਸ ਆ ਉਹਨਾਂ ਦੇ ਉਲਟ ਜਿਹੜਾ ਜ਼ਰੂਰ ਇੱਥੇ ਹੋਇਆ। ਤੇ ਕੈਲੀਫੋਰਨੀਆ ਦਾ ਹੋਣ ਕਰਕੇ ਮੈਨੂੰ ਲੱਗਦਾ ਜਿਹੜਾ ਫੈਡਰਲ ਸਰਕਾਰ ਆ, ਸ਼ੌਨ ਡਫੀ ਆ, ਉਹ ਸਾਰਿਆਂ ਨੇ ਇਸ ਚੀਜ਼ ਨੂੰ ਜਿਹੜਾ ਉਹ ਬਹੁਤ ਜ਼ਿਆਦਾ ਵਧਾਵਾ ਇਸ ਚੀਜ਼ 'ਚ ਦਿੱਤਾ ਆ। ਸੋ ਉਹਨਾਂ ਨੂੰ ਵੀ ਧਿਆਨ ਦੇ ਨਾਲ ਜਿਹੜਾ ਉਹ ਚੱਲਣਾ ਜਿਹੜਾ ਇਸ ਦੇ ਵਿੱਚ ਚਾਹੀਦਾ ਆ। ਅਜਿਹੀਆਂ ਚੀਜ਼ਾਂ ਦੇ ਜਿਹੜੇ ਆ ਉਲਟ ਪ੍ਰਚਾਰ ਤੋਂ ਉਹਨਾਂ ਨੂੰ ਵੀ ਜਿਹੜਾ ਉਹ ਪਰਹੇਜ਼ ਕਰਨਾ ਚਾਹੀਦਾ ਆ। ਤੇ ਪਰ ਇਹ ਕੁਐਸਚਨਸ ਨੇ, ਇਹ ਇਨਵੈਸਟੀਗੇਸ਼ਨ ਦਾ ਜਿਹੜਾ ਉਹ ਮਾਮਲਾ ਆ ਵੀ ਕਿਸ ਆਧਾਰ ਦੇ ਉੱਤੇ ਇਹ ਜਿਹੜੇ ਚਾਰजेस ਆ ਉਹ ਪਹਿਲੋਂ ਫਾਈਲ ਹੋ ਕੇ ਤੇ ਫਿਰ ਦੁਬਾਰਾ ਉਸ ਨੂੰ ਜਿਹੜਾ ਉਹ ਅਮੈਂਡ ਕੀਤਾ ਜਿਹੜਾ ਹੋ ਗਿਆ ਆ। ਸੋ ਉਹਦਾ ਵੀ ਜਵਾਬ ਦੇ ਜਿਹੜਾ ਇਵੈਂਚੁਅਲੀ ਜਿਹੜਾ ਇਹਨਾਂ ਸਾਰਿਆਂ ਨੂੰ ਜਿਹੜੇ ਕਹਿ ਲਓ ਵੀ ਇਹਨਾਂ ਨੇ ਲਾ ਐਨਫੋਰਸ ਜਿਹੜਾ ਉਹ ਕਰਨਾ ਆ ਵੀ ਉਹਦੇ ਵਿੱਚ ਅਣਗਹਿਲੀ ਜਿਹੜੀ ਉਹ ਕਿੱਥੇ ਹੋਈ ਆ, ਕੁਤਾਹੀ ਜਿਹੜੀ ਉਹ ਕਿੱਥੇ ਜਿਹੜੀ ਉਹ ਹੋਈ ਆ, ਉਸ ਤੇ ਵੀ ਇਹ ਜਵਾਬ ਦੇ ਜ਼ਰੂਰ ਹੋਣੇ ਚਾਹੀਦੇ ਆ। ਪਰ ਓਵਰਆਲ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਟਰੱਕਿੰਗ ਆ, ਉਹਨਾਂ ਦੇ ਉੱਤੇ ਇਹਦਾ ਜਿਹੜਾ ਆ ਡੈਮੇਜ ਬਹੁਤ ਜ਼ਿਆਦਾ ਹੋ ਚੁੱਕਾ ਆ। ਜਿਹੜਾ ਕਿਸ ਤਰ੍ਹਾਂ ਇਹ ਇੰਪਰੂਵ ਹੋਊਗਾ ਇਹ ਤਾਂ ਹੁਣ ਦੇਖੋ ਲੰਮੇ ਸਮੇਂ 'ਚ ਹੁੰਦਾ। ਪਰ ਜਿਸ ਹਿਸਾਬ ਦੇ ਨਾਲ ਖਬਰ ਫੈਲਾਈ ਗਈ ਪੂਰੇ ਮੀਡੀਆ ਦੇ ਵਿੱਚ, ਇੰਗਲਿਸ਼ ਮੀਡੀਆ 'ਚ, ਉਹ ਤੋਂ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੀ, ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਇੱਕ ਪੋਜ਼ਿਟਿਵ ਖਬਰ ਆ। ਬਹੁਤ ਵਾਰ ਸਾਡੇ ਸਰੋਤੇ ਕਹਿੰਦੇ ਰਹਿੰਦੇ ਆ ਵੀ ਤੁਸੀਂ ਜੀ ਖਬਰ ਜਿਹੜੀ ਹੈ ਨੈਗੇਟਿਵ ਦਿੰਦੇ ਆ, ਪਰ ਖਬਰਾਂ ਹੀ ਉਹ ਹੁੰਦੀਆਂ ਆ ਜਿਹੜੀ ਪੋਜ਼ਿਟਿਵ ਖਬਰ ਆ ਉਹ ਤੁਸੀਂ ਸ਼ੇਅਰ ਨਹੀਂ ਕਰਦੇ, ਕਿਉਂਕਿ ਸਾਡਾ ਵੀ ਨਹੀਂ ਦਿਲ ਕਰਦਾ ਹੁੰਦਾ ਉੱਦਾਂ ਦੀ ਖਬਰ ਸ਼ੇਅਰ ਕਰੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਕੈਨੇਡਾ ਪੋਸਟ ਆ, ਜਿੱਦਾਂ ਸਾਡੇ USPS ਆ, ਯੂਨਾਈਟਿਡ ਸਟੇਟ ਪੋਸਟਲ ਸਰਵਿਸ ਆ, ਕੈਨੇਡਾ ਦੀ ਜਿਹੜੀ ਪੋਸਟਲ ਸਰਵਿਸ ਆ ਉਹਨੂੰ ਕੈਨੇਡਾ ਪੋਸਟ ਕਰਕੇ ਕਿਹਾ ਜਾਂਦਾ। ਉਹਨਾਂ ਨੇ ਇੱਕ ਸਟੈਂਪ ਜਿਹੜੀ ਆ ਜਾਰੀ ਕੀਤੀ ਆ, ਜਿਹੜੀ ਸਿੱਖ ਫੌਜੀਆਂ ਨੂੰ ਜਿਹੜੀ ਸਨਮਾਨਿਤ ਕਰਨ ਦੇ ਲਈ। ਕਿਚਨਰ ਓਨਟਾਰੀਓ ਦੇ ਵਿੱਚ ਇਹ ਸੈਰੇਮਨੀ ਹੋਈ ਆ। ਜੋ ਵਰਲਡ ਵਾਰ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਜਿਹੜੇ ਇੱਕ ਬਕਮ ਸਿੰਘ ਕਿਚਨਰ ਓਨਟਾਰੀਓ ਦੇ ਰਹਿਣ ਵਾਲੇ ਸੀ। ਉੱਥੇ ਉਹਨਾਂ ਦੇ ਉੱਥੇ ਗ੍ਰੇਵ ਆ ਉਹਨਾਂ ਦੀ ਜਿਹੜੀ ਸਿੱਖ ਫੌਜੀ ਦੀ ਵਰਲਡ ਵਾਰ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਸੀ, ਸੌਰੀ। ਤੇ ਉਹਨਾਂ ਦੀ ਜਿਹੜੀ ਟਿਕਟ ਆ ਉਹ ਜਾਰੀ ਕੀਤੀ ਗਈ ਹੈਗੀ ਆ।
ਟਿਕਟ ਦੇ ਉੱਤੇ ਜਿਹੜੀ ਫੋਟੋ ਆ ਉਹਨਾਂ ਦੀ ਲਾਈ ਗਈ ਆ, ਪੇਂਟਿੰਗ ਲਾਈ ਗਈ ਆ, ਤੇ ਉਹ ਜਿਹੜੀ ਪੇਂਟਿੰਗ ਆ ਉਹ ਪਰਮ ਸਿੰਘ ਹੋਣਾਂ ਨੇ ਤਿਆਰ ਕੀਤੀ ਸੀ, ਜਿਹੜੀ ਉਹ ਜਿਹੜੀ ਸਟੈਂਪ ਆ ਉਹਦੇ ਉੱਤੇ ਲਾਈ ਗਈ ਆ। ਕਹਿੰਦੇ ਵੀ 1.5 ਸਾਲ ਦੀ ਮਿਹਨਤ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਆ। ਪਰਮ ਸਿੰਘ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਪੇਂਟਿੰਗਸ ਬਣਾਉਂਦੇ ਆ ਸਿੱਖ ਹਿਸਟਰੀ ਦੇ ਉੱਤੇ, ਉਹਨਾਂ ਨੇ ਯੁਬਾ ਸਿਟੀ ਨਗਰ ਕੀਰਤਨ ਦੇ ਵਿੱਚ ਵੀ ਆਪਣਾ ਬੂਥ ਲਾਇਆ ਸੀ, ਤੇ ਪੰਜਾਬੀ ਰੇਡੀਓ USA ਦੇ ਉੱਤੇ ਕਈ ਵਾਰ ਬੱਚਿਆਂ ਦੇ ਜਿਹੜੇ ਆਰਟ ਕੈਂਪ ਵੀ ਲਾਏ ਆ, ਤੇ ਅੱਜ ਕੱਲ ਅਮਰੀਕਾ ਹੀ ਆਏ ਹੋਏ ਹੈਗੇ ਆ। ਸੋ ਪ੍ਰਾਈਵੇਟ ਬਕਮ ਸਿੰਘ ਕਹਿੰਦੇ ਵੀ ਉਹ ਫੌਜੀ ਸੀ ਜਿਨ੍ਹਾਂ ਨੇ ਪੂਰੀ ਜਾਨ ਜਿਹੜੀ ਆ ਵਰਲਡ ਵਾਰ ਦੇ ਵਿੱਚ ਦਿੱਤੀ, ਤੇ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ। ਸੈਨੇਟਰ ਬਲਤੇਜ ਸਿੰਘ ਢਿੱਲੋਂ ਜੋ ਹੈਗੇ ਇੰਡੀਪੈਂਡੈਂਟ ਸੈਨੇਟਰ ਉੱਥੇ ਦੇ, ਜੋ ਸਾਬਕਾ RCMP ਦੇ ਆਫੀਸਰ ਵੀ ਰਹੇ ਹੈਗੇ ਆ, ਤੇ ਕਹਿੰਦੇ ਵੀ ਅਸੀਂ ਉਹਨਾਂ ਦੀਆਂ ਜਿਹੜੀਆਂ ਸੈਕਰੀਫਾਈਸਸ ਆ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਹੈਗੇ ਆ, ਤੇ ਵੀ ਆਰ ਸੈਲੀਬ੍ਰੇਟਿੰਗ ਦਾ ਕਮਿਟਮੈਂਟ, ਵੀ ਆਰ ਰੀਅਲੀ ਸੈਲੀਬ੍ਰੇਟਿੰਗ ਬੀਇੰਗ ਕੈਨੇਡੀਅਨਸ। ਸੋ ਦੇਖੋ ਵੀ ਕੈਨੇਡਾ ਦੇ ਲਈ ਉਹਨਾਂ ਨੇ ਜਿਹੜੇ ਸਿੱਖਾਂ ਨੇ ਆਪਣੀ ਜਾਨ ਦੀ ਬਾਜੀ ਲਾਈ ਵਰਲਡ ਵਾਰ ਦੇ ਵਿੱਚ, ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਕੈਨੇਡਾ ਪੋਸਟ ਆ ਉਹਨਾਂ ਨੇ ਇਹ ਸਟੈਂਪ ਆ ਉਹ ਜਾਰੀ ਕੀਤੀ ਹੈਗੀ ਆ। ਜੀ, ਬਹੁਤ ਹੀ ਸੋਹਣਾ ਜਿਹੜਾ ਸਰਵਰਕ ਆ ਉਹ ਪਰਮ ਸਿੰਘ ਹੋਣਾ ਨੇ ਜਿਹੜਾ ਉਹ ਬਣਾਇਆ। ਸੋ ਚੰਗੀ ਗੱਲ ਆ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਸੋ ਪੋਜ਼ਿਟਿਵ ਨਿਊਜ਼ ਆ। ਪੋਜ਼ਿਟਿਵ ਨਿਊਜ਼ ਉਹ ਵੀ ਸੀ ਹਰਜੋਤ ਸਿੰਘ ਜੀ, ਜਿਹੜੇ ਸਿੱਖ ਫੌਜੀਆਂ ਦੇ ਨਾਲ ਇੰਟਰਵਿਊ ਕੀਤੀ ਆਪਾਂ ਉੱਥੇ, ਉਹ ਵੀ ਜੀ ਜਿਹੜੀ ਉਹ ਬੀਬੀ ਜਿਹੜੀ ਕਿ ਮੈਕਸੀਕਨ ਮੂਲ ਦੀ ਸੀ, ਜਿਹੜੀ ਉਹ ਸੇਵਾ ਕਰ ਰਹੀ ਸੀ, ਉਹ ਵੀ। ਸੋ ਉੱਦਾਂ ਦੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਪ੍ਰਮੋਟ ਕਰੀਏ, ਸੋ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਮਨੋਬਲ ਆ, ਉਹਨਾਂ ਦਾ ਕੌਨਫੀਡੈਂਸ ਆ ਉਹ ਹਮੇਸ਼ਾ ਹੀ ਵੱਧਦਾ ਰਵੇ। ਸੁੰਦਰ ਦਸਤਾਰ ਮੁਕਾਬਲੇ ਹੋਏ, ਭਾਈ ਹਰਪਾਲ ਸਿੰਘ ਹੋਣਾ ਨੇ ਕਿੰਨੀਆਂ ਸੋਹਣੀਆਂ ਜਿਹੜੀਆਂ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦਿੰਦੇ ਹੋਏ ਉਹਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਜਿਹੜਾ ਉਹ ਅਮਰਦੀਪ ਸਿੰਘ ਹੋਣਾ ਨੇ ਜਿਹੜੇ ਪ੍ਰੋਗਰਾਮ ਕੀਤਾ ਸੀ ਯੂਬਾ ਸਿਟੀ, ਰਾਈਟ, ਤੇ ਉਹ ਵੀ ਸੈਮੀਨਾਰ ਜਿਹੜਾ ਉੱਥੇ ਸੀਗਾ, ਸੈਮੀਨਾਰ ਕੀਤਾ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਵਾਪਰੀਆਂ। ਜਾਂਦੇ ਹਰਜੋਤ ਸਿੰਘ ਜੀ, ਜਿਹੜੇ ਸਨੈਪ ਤੇ ਫੂਡ ਬੈਨੀਫਿਟਸ ਦਾ ਜੋ ਰੌਲਾ ਇਸ ਟਾਈਮ ਚੱਲ ਰਿਹਾ ਹੈ, ਉਸ ਦੀ ਅਪਡੇਟ ਦਿੰਦੇ ਜਿਹੜੀ ਹੋ ਜਾਈਏ। ਟ੍ਰੈਜਰੀ ਸਕੱਤਰ ਜਿਹੜੇ ਬਸੈਂਟ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਨੈਪ ਦੇ ਫੂਡ ਬੈਨੀਫਿਟਸ ਆ ਉਹ ਵੈਡਨਸਡੇ ਨੂੰ ਜਿਹੜਾ ਉਹ ਰੀਸਟਾਰਟ ਹੋ ਜਿਹੜੇ ਸਕਦੇ ਨੇ, ਪਰਸੋਂ ਨੂੰ। ਹਾਲ ਦੀ ਘੜੀ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਉਹ ਰੌਲਾ ਪਿਆ ਹੋਇਆ ਆ ਵੀ 42 ਮਿਲੀਅਨ ਜਿਹੜੇ ਅਮਰੀਕਨਸ ਆ ਜੋ ਕਿ ਸਨੈਪ ਦੇ ਉੱਤੇ ਡਿਪੈਂਡੈਂਟ ਨੇ, ਉਹਨਾਂ ਨੂੰ ਇਸ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਨਹੀਂ ਮਿਲਣੀ। ਫੂਡ ਬੈਨੀਫਿਟਸ, ਸਨੈਪ ਬੈਨੀਫਿਟਸ ਜਿਹੜੇ ਉਹ ਨਹੀਂ ਮਿਲਣਗੇ। ਇਸ ਟਾਈਮ ਕਈ ਥਾਵਾਂ ਦੇ ਉੱਤੇ ਜਿਹੜੇ ਕੇਸਿਸ ਆ ਇਸ ਨੂੰ ਬਹਾਲ ਕਰਨ ਦੇ ਲਈ ਚੱਲ ਰਹੇ ਆ। ਜੱਜ ਜੈਕ ਮੈਕਕੋਨਲ ਰੋਡ ਆਈਲੈਂਡ ਦੇ, ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਐਮਰਜੈਂਸੀ ਫੰਡਸ ASAP ਐਸ ਸੂਨ ਐਸ ਪੋਸੀਬਲ ਆ ਉਹ ਪੇ ਆਊਟ ਕੀਤੇ ਜਾਣ। ਬੋਸਟਨ ਦੇ ਜਿਹੜੇ ਕਿ ਜੱਜ ਇੰਦਰਾ ਤਲਵਾਨੀ ਆ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਮੰਡੇ ਤੱਕ ਦਾ ਜਿਹੜਾ ਵਕਤ ਦਿੱਤਾ ਆ ਵੀ ਐਟਲੀਸਟ ਰਿਡਿਊਸਡ ਸਨੈਪ ਬੈਨੀਫਿਟਸ ਆ ਨਵੰਬਰ ਮਹੀਨੇ ਦੇ ਉਹ ਲੋਕਾਂ ਨੂੰ ਜਿਹੜੇ ਆ ਉਹ ਦਿੱਤੇ ਜਾਣ। ਐਡਮਿਨਿਸਟ੍ਰੇਸ਼ਨ ਨੇ ਓਰੀਜਨਲੀ 1 ਨਵੰਬਰ ਨੂੰ ਇਹ ਜਿਹੜੇ ਬੈਨੀਫਿਟਸ ਆ ਉਸ ਨੂੰ ਕੱਟ ਆਫ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ। ਸੋ 3 ਨਵੰਬਰ ਆਲਰੇਡੀ ਜਿਹੜਾ ਉਹ ਹੋ ਚੁੱਕਾ ਆ। CNN ਦੇ ਸਟੇਟ ਆਫ ਦਾ ਯੂਨੀਅਨ ਦੇ ਇੰਟਰਵਿਊ ਦੇ ਵਿੱਚ ਜਿਹੜੇ ਸਕਾਟ ਬੈਸੈਂਟ ਆ, ਉਹਨਾਂ ਨੇ ਇਹ ਆਖਿਆ ਸੀਗਾ ਵੀ ਐਡਮਿਨਿਸਟ੍ਰੇਸ਼ਨ ਅਪੀਲ ਨਹੀਂ ਕਰੂਗੀ ਕੋਰਟ ਰੂਲਿੰਗ ਦੇ ਉਲਟ, ਤੇ ਕਹਿੰਦੇ ਵੀ ਫੰਡਸ ਜਿਹੜੀ ਉਹ ਲੱਭ ਕੇ ਤੇ ਵੈਡਨਸਡੇ ਤੱਕ, ਬੁੱਧਵਾਰ ਤੱਕ ਜਿਹੜੇ ਸਨੈਪ ਦੇ ਬੈਨੀਫਿਟਸ ਆ ਉਹਨਾਂ ਨੂੰ ਹੁਣ ਪੇ ਜਿਹੜਾ ਉਹ ਕਰੇਗੀ। ਟਰੰਪ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਵੀ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਵੀ ਕੋਈ ਅਮਰੀਕਨਸ ਭੁੱਖੇ ਜਿਹੜੇ ਉਹ ਰਹਿਣ, ਤੇ ਰੈਡੀਕਲ ਜਿਹੜੇ ਡੈਮੋਕ੍ਰੇਟਸ ਆ ਉਹ ਸਰਕਾਰ ਨੂੰ ਰੀਓਪਨ ਨਹੀਂ ਕਰ ਰਹੇ, ਰਾਈਟ ਥਿੰਗ ਜਿਹੜੀ ਸਹੀ ਚੀਜ਼ ਜਿਹੜੀ ਆ ਉਹ ਨਹੀਂ ਕਰ ਰਹੇ। ਤੇ ਕਹਿੰਦੇ ਵੀ ਮੈਂ ਇੰਸਟਰਕਟ ਕੀਤਾ ਹੈ ਆਪਣੇ ਲਾਇਰਸ ਨੂੰ, ਵਕੀਲਾਂ ਨੂੰ, ਵੀ ਅਦਾਲਤ ਨੂੰ ਕਲੈਰੀਫਾਈ ਜਿਹੜਾ ਉਹ ਕਰੋ ਵੀ ਅਸੀਂ ਲੀਗਲੀ ਸਨੈਪ ਨੂੰ ਕਿੰਨੀ ਜਲਦ ਤੋਂ ਜਲਦ ਜਿਹੜਾ ਉਹ ਫੰਡ ਕਰ ਸਕਦੇ ਹਾਂ। ਇਹ ਇੱਕ ਕਾਫੀ ਨੈਗੇਟਿਵ ਇੰਪੈਕਟ ਜਿਹੜਾ ਉਹ ਕਰ ਰਿਹਾ ਹੈ, ਜਿਹੜਾ ਸਨੈਪ ਬੈਨੀਫਿਟਸ, ਫੂਡ ਬੈਨੀਫਿਟਸ ਜਿਹੜੇ ਉਹ ਬੰਦ ਹੋਏ ਆ 40 ਮਿਲੀਅਨ ਲੋਕਾਂ ਆਂਦੇ। ਇਨਫੈਕਟ ਦੋਨਾਂ ਹੀ ਧਿਰਾਂ ਨੂੰ ਇਸ ਦਾ ਜਿਹੜਾ ਖਾਮਿਆਜ਼ਾ ਭੁਗਤਣਾ ਪਊਗਾ, ਪਰ ਕਿਉਂਕਿ ਸਰਕਾਰ ਜਿਸ ਦੀ ਹੁੰਦੀ ਆ ਉਸ ਦੇ ਉੱਤੇ ਅਸਰ ਇਹਨਾਂ ਚੀਜ਼ਾਂ ਦਾ ਉਹ ਜ਼ਿਆਦਾ ਹੁੰਦਾ ਆ ਜਦੋਂ ਲੋਕਾਂ ਦੇ ਜਿਹੜੇ ਬੈਨੀਫਿਟਸ ਆ ਉਹ ਬੰਦ ਜਿਹੜੇ ਹੋ ਰਹੇ। ਹੁਣ ਮਹੀਨੇ ਤੋਂ ਵੱਧ ਦਾ ਵਕਤ ਹੋ ਚੁੱਕਾ ਹੈ ਹਰਜੋਤ ਸਿੰਘ ਜੀ,
33 ਦਿਨ 34 ਦਿਨ ਇਨਫੈਕਟ ਆਪਾਂ 34ਵੇਂ ਦਿਨ 'ਚ ਗਵਰਨਮੈਂਟ ਸ਼ਟਡਾਊਨ ਦੇ, ਤੇ ਅਜੇ ਤੱਕ ਗਵਰਨਮੈਂਟ ਜਿਹੜੀ ਰੀਓਪਨ ਹੋਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਸੋ ਪਰ ਹੁਣ ਇਸ ਟਾਈਮ ਸਨੈਪ ਬੈਨੀਫਿਟਸ ਦਾ ਜਿਹੜਾ ਮੁੱਦਾ ਆ ਉਹ ਕਾਫੀ ਜ਼ਿਆਦਾ ਸਰਗਰਮ ਬਣ ਚੁੱਕਾ ਆ। ਜੀ ਬਿਲਕੁਲ, 42 ਮਿਲੀਅਨ ਅਮਰੀਕਨ ਲੋਕ ਸਨੈਪ ਪ੍ਰੋਗਰਾਮ ਦੇ ਅੰਡਰ ਹੈਗੇ ਆ। ਸੋ ਬਹੁਤ ਵੱਡਾ ਨੰਬਰ ਆ। 8 ਵਿੱਚੋਂ ਇੱਕ ਅਮਰੀਕਨ $187 ਘੱਟੋ ਘੱਟ ਪਰ ਮੰਥ ਇਹ ਸਨੈਪ ਪ੍ਰੋਗਰਾਮ ਦੇ ਅੰਡਰ ਜਿਹੜੀਆਂ ਫੂਡ ਸਟੈਂਪਸ ਆ ਉਹ ਲੈਂਦੇ ਆ, ਜਿਹਨੂੰ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਕਹਿੰਦੇ। ਤੇ 39% ਲੈਣ ਵਾਲੇ ਬੱਚੇ ਆ ਜਾਂ 18 ਸਾਲ ਤੋਂ ਥੱਲੇ ਹੈਗੇ ਆ। ਡਿਪਾਰਟਮੈਂਟ ਆਫ ਐਗਰੀਕਲਚਰ ਦਾ ਡਾਟਾ ਹੈਗਾ ਆ। ਸੋ ਹੁਣ ਦੇਖਦੇ ਆ ਜੋ 2 ਜੱਜਾਂ ਦੇ ਕੋਲ ਗਏ ਆ ਟਰੰਪ ਐਡਮਿਨਿਸਟ੍ਰੇਸ਼ਨ, ਵੀ ਉਹ ਕੀ ਡਿਸੀਜਨ ਜਿਹੜਾ ਇਹਦੇ ਸੰਬੰਧ ਦੇ ਵਿੱਚ ਦਿੰਦੇ ਹੈਗੇ ਆ। ਖਬਰਾਂ ਹੋਰ ਵੀ ਕਾਫੀ ਹੈਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੈਰਿਫ ਨੂੰ ਲੈ ਕੇ। ਜੋ ਸੁਪਰੀਮ ਕੋਰਟ ਆ ਉਹ ਹੁਣ ਕੀ ਡਿਸੀਜਨ ਲੈਣ ਜਾ ਰਹੀ ਆ। ਉਹ ਕਹਿੰਦੇ ਵੀ ਸੁਪਰੀਮ ਕੋਰਟ ਸਟਾਪ ਨਹੀਂ ਕਰੂਗੀ ਟਰੰਪ ਉਹਨਾਂ ਦੇ ਟੈਰਿਫਸ ਨੂੰ। ਡੀਲ ਵਿਦ ਇਟ ਆਫੀਸ਼ੀਅਲਸ ਜੋ ਆ ਉਹ ਕਹਿ ਰਹੇ ਹੈਗੇ ਆ। ਸੋ ਬਾਕੀ ਜਿਹੜੀਆਂ ਖਬਰਾਂ ਰਹਿ ਗਈਆਂ ਉਹ ਆਪਾਂ ਤੁਹਾਡੇ ਨਾਲ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਜੀ। ਹੁਣੇ ਕੁਝ ਮਿੰਟ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਜਿਹੜੇ ਸਨੈਪ ਬੈਨੀਫਿਟਸ ਨੂੰ ਲੈ ਕੇ ਵੀ ਐਟਲੀਸਟ ਅੱਧੀ ਰਾਸ਼ੀ ਜਿਹੜੀ ਨਵੰਬਰ ਮਹੀਨੇ ਦੇ ਜਿਹੜੇ ਸਨੈਪ ਬੈਨੀਫਿਟਸ ਆ ਉਹ 42 ਮਿਲੀਅਨ ਜਿਹੜੇ ਅਮਰੀਕਨ ਜਿਨ੍ਹਾਂ ਨੂੰ ਇਹ ਮਿਲਦੇ ਆ ਉਸ ਉੱਤੇ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਊਗੀ। ਸੋ ਜਿੰਨੀ ਜੇ ਕਿਸੇ ਨੂੰ ਫੂਡ ਸਟੈਂਪ ਜਾਂ ਸਨੈਪ ਬੈਨੀਫਿਟਸ ਮਿਲ ਰਹੇ ਸੀ, ਜਿੰਨੀ ਪਹਿਲਾਂ ਮਹੀਨੇ ਦੀ ਮਿਲਦੀ ਸੀ, ਐਟਲੀਸਟ ਉਹ ਤੋਂ ਅੱਧੀ ਕਹਿੰਦੇ ਵੀ ਉਹ ਹੁਣ ਮਿਲੂਗੀ, ਤਾਂ ਜੋ ਉਹਨਾਂ ਦਾ ਜਿਹੜੇ 10-15 ਦਿਨ ਜਿਹੜੇ ਉਹ ਲੰਘ ਜਾਣ। ਤੇ ਹੁਣ ਆਈ ਥਿੰਕ ਇਸ ਮਾਮਲੇ ਨੇ ਹੁਣ ਪ੍ਰੈਸ਼ਰ ਪਾ ਦੇਣਾ ਦੋਨਾਂ ਪਾਰਟੀਆਂ ਦੇ ਉੱਤੇ ਵੀ ਕੋਈ ਸਮਝੌਤਾ ਜਿਹੜਾ ਉਹ ਕਰੋ। ਸੋ ਪਾਪੂਲੇਸ਼ਨ ਦਾ ਕਾਫੀ ਵੱਡਾ ਜਿਹੜਾ ਹਿੱਸਾ ਆ ਜੇ ਉਹਦੇ ਤੇ ਡਿਪੈਂਡਡ ਆ, ਤਾਂ ਜੇ ਉਹਨਾਂ ਦੀ ਰੋਟੀ ਪਾਣੀ ਬੰਦ ਹੁੰਦੀ ਹੈ ਤੇ ਫਿਰ ਹਾਹਾਕਾਰ ਮਚਣ ਦੇ ਜਿਹੜੇ ਆ ਅਸਾਰ ਜ਼ਿਆਦਾ ਵੱਧ ਜਾਂਦੇ ਨੇ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਲੈਣੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।